वो कहते गुस्से नाल कहते क्यों असी ऑर्डर तो बिना नहीं इत्थे बह सकते, तो कोई पुछण वाला होवे तुहाडे मामे दा घर थोड़ी है। तुसी मोटिवेट करन दी बजाय तुसी ना लानता पा रहे हो, तो लानता मेरे ख्याल मेरे ते नहीं है, लानता तुहाडी परवरिश ते है। एचएन चैनल वेख रहे सारे ही दर्शकों ਨੂੰ प्यार भरी सत श्री अकाल। मैं पिंकी चौधरी ते आज ਤੁਹਾਡੇ ਲੈ ਕੇ ਆਏ ਹਾਂ समथिंग न्यू एंड एक्साइटिंग। A book and a cup of a coffee are the two most comforting and mind relaxing thing in our busy world. So you cannot find better place than Cup and Kitab, which is located in Mohali. So let me show you some glimpse of Cup and Kitab. तो ਅਸੀਂ ਤੁਹਾਨੂੰ ਦਿਖਾਇਆ ਸੀਗਾ ਕੱਪ ਐਂਡ ਕਿਤਾਬ ਦੇ ਇੱਕ ਝਲਕ। ਤਾਂ ਹੁਣ ਤੁਹਾਡੇ ਨਾਲ ਗੱਲ ਕਰਵਾਉਣੀ ਹੈ ਇਹ ਕਿਹਦੀ ਥਿੰਕਿੰਗ ਸੀ, ਕਿਹਦਾ ਮਾਈਂਡਸੈਟ ਸੀ ਕਿ ਤੁਹਾਨੂੰ ਇੰਨੀ ਬਿਊਟੀਫੁਲ ਲੋਕੇਸ਼ਨ ਵੇਖਣ ਨੂੰ ਮਿਲੀ ਹੈ। ਹਾਈ ਮੈਮ। ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ? ਮੈਂ ਠੀਕ। ਤਾਂ ਇਹ ਨੇ ਨੀਰੂ ਮੈਮ ਤੇ ਜਿਨ੍ਹਾਂ ਦਾ ਹੈ ਓਨਰ ਨੇ ਜਿਹੜੇ ਕਿ ਕੱਪ ਐਂਡ ਕਿਤਾਬ ਦੇ। ਸੋ ਮੈਮ ਪਲੀਜ਼ ਆਪਣੀ ਇੰਟਰੋਡਕਸ਼ਨ ਦਿਓ ਥੋੜੀ। ਮੈਂ ਨੀਰੂ ਖੱਟਰ ਓਕੇ। ਤੇ ਪਿਛਲੇ ਆਲਮੋਸਟ 1.5 ਸਾਲ ਤੋਂ ਮੈਂ ਇਹ ਕੈਫੇ ਚਲਾ ਰਹੀ ਹਾਂ। उस तो पहला मैं टीचिंग च सी, बहुत साल मैं टीचिंग की है एज कोआर्डीनेटर, एज प्रिंसीपल, एज एसोसीएट प्रोफैसर बहुत सारिया जगह ते इंडिया ते अब्रॉड भी। ओके। तो मैम थोड़े माइंड दे विच किवें आया कि तुहानूं ऐसी जिहड़ी लोकेशन चाहिदी है ते इह कंसैप्ट किहदी प्लैनिंग सीगी या किहदा माइंड दे विच इह चीज़ स्ट्राइक कीती कि एग्जैक्ट इह चीज़ ही आनी चाहिए साडे सामने? रीडिंग का शौक सी, इसलिए ਸੀਗਾ ਕਿ ਇਹ ਸਾਰੀਆਂ ਬੁੱਕਸ ਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ ਹੈ ਨਾ। ਤਾਂ ਜਦੋਂ ਇੰਡੀਆ ਸ਼ਿਫਟ ਹੋਏ ਦੇਖਿਆ ਕਿ ਇੱਥੇ ਰੀਡਿੰਗ ਦੀ ਆਦਤ ਬਹੁਤ ਘੱਟ ਸੀ ਮੋਹਾਲੀ 'ਚ। ਉੱਥੋਂ ਥੋੜ੍ਹਾ ਜਿਹਾ ਆਈਡੀਆ ਆਇਆ ਕਿ ਇੱਕ ਕੈਫੇ ਖੋਲ੍ਹਿਆ ਜਾਏ ਜਿੱਥੇ ਲੋਕ ਆ ਕੇ ਬੁੱਕਸ ਪੜ੍ਹ ਸਕਣ ਔਰ ਆਪਣੇ ਮਨਪਸੰਦ ਚੀਜ਼ਾਂ ਖਾ ਪੀ ਸਕਣ। ਹੁਣ ਰੀਡਿੰਗ ਲਈ ਤੁਹਾਨੂੰ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ, ਤਾਂ ਮੇਰੇ ਖਿਆਲ ਪਾਰਕ ਤੋਂ ਅੱਛੀ ਜਗ੍ਹਾ ਕੋਈ ਨਹੀਂ ਹੋ ਸਕਦੀ। ਫਿਰ ਜਦੋਂ ਮੈਨੂੰ ਇਹ ਜਗ੍ਹਾ ਮੈਂ ਦਿਖੀ, ਪਾਰਕ ਸੈਰ ਕਰਨ ਆਉਂਦੀ ਸੀ ਤਾਂ ਇਹ ਜਗ੍ਹਾ ਦਿਖੀ, ਤਾਂ ਮੈਨੂੰ ਇੱਕ ਸਟਰਾਈਕ ਕੀਤਾ ਕਿ ਇਹ ਜਗ੍ਹਾ ਪਰਫੈਕਟ ਹੈ ਰੀਡਿੰਗ ਲਈ ਔਰ ਅੱਛੇ ਫੂਡ ਲਈ। ਜਿਵੇਂ ਕਿ ਮੈਮ ਤੁਸੀਂ ਸਟਾਰਟ ਕੀਤਾ ਸੀ ਇੱਕ ਵਿਜ਼ਨ ਤੋਂ ਕਿ ਲੋਕਾਂ ਨੂੰ ਇੱਥੇ ਬੁੱਕਸ ਦੇ ਨਾਲ ਵਧੀਆ ਫੂਡ ਮਿਲੇ ਜਾਂ ਗੇਮਸ ਹੋਣ, ਹੈ ਨਾ, ਇੰਟਰਸਟਿੰਗ ਜੀ ਵੀ ਕੰਬੀਨੇਸ਼ਨ ਦਿੱਤਾ ਜਾਵੇ। ਜਿਵੇਂ ਕਿ ਇੱਕ ਪਾਰਕ ਦੇ ਵਿੱਚ ਹੈ, ਇੱਥੇ ਗ੍ਰੀਨਰੀ ਇੰਨੀ ਵਧੀਆ ਹੈ, ਬਟ ਉਸ ਦੇ ਬਾਵਜੂਦ ਕਈ ਵਾਰੀ ਨਾ ਬੰਦਾ ਕਿਸੇ ਵਿਜ਼ਨ ਤੋਂ ਸਟਾਰਟ ਕਰਦਾ ਹੈ ਬਟ ਚੀਜ਼ਾਂ ਉਸ ਦੇ ਅਕੋਰਡਿੰਗ ਨਹੀਂ ਚੱਲਦੀਆਂ, ਅਤੇ ਇਸ ਦੇ ਬਾਰੇ ਕੀ ਕਹੋਗੇ ਤੁਸੀਂ? ਵਿਜ਼ਨ ਸਭ ਤੋਂ ਪਹਿਲਾਂ ਤਾਂ ਸੀ ਕਿ ਰੀਡਿੰਗ ਦੀ ਆਦਤ ਪਾਣੀ, ਠੀਕ ਹੈ। ਉਸ ਲਈ ਅਸੀਂ ਬੁੱਕਸ ਵੀ ਲਿਆਤੀਆਂ, ਬੁੱਕਸ ਦੇ ਨਾਲ ਇੱਕ ਐਂਬੀਅੰਸ ਬਹੁਤ ਅੱਛਾ ਬਣਾਤਾ। ਫਿਰ ਫੂਡ ਦੀ ਕੁਆਲਿਟੀ ਇੱਕ ਅੱਛੀ ਰੱਖੀ, ਕਿਉਂਕਿ ਐਂਬੀਅੰਸ ਵੀ ਬੰਦਾ ਇੱਕ ਵਾਰ ਦੇਖੇਗਾ, 2 ਵਾਰ ਦੇਖੇਗਾ। ਤੀਜੀ ਚੀਜ਼ ਜਿਹੜੀ ਤੁਹਾਨੂੰ ਅਟਰੈਕਟ ਕਰਦੀ ਹੈ ਉਹ ਹੈ ਫੂਡ, ਹੈ ਨਾ। ਤਾਂ ਫੂਡ ਦੀ ਕੁਆਲਿਟੀ ਉਸ ਹਿਸਾਬ ਨਾਲ ਮੈਂ ਅਸੀਂ ਮੇਨਟੇਨ ਰੱਖੀ। ਐਂਡ ਆਫ ਦਾ ਡੇ ਜੇ ਕਹੀਏ ਵਿਜ਼ਨ ਵੀ ਠੀਕ ਹੈ, ਫੂਡ ਵੀ ਅੱਛਾ ਹੈ, ਬਟ ਇਹ ਚੀਜ਼ ਖੋਲ੍ਹੀ ਹੈ ਇੱਕ ਅਰਨਿੰਗ ਲਈ, ਓਬਵੀਅਸਲੀ ਉਹ ਵੀ ਬਹੁਤ ਜ਼ਰੂਰੀ ਹੈ। ਤਾਂ ਇਸ ਲਈ ਕਿਤੇ ਨਾ ਕਿਤੇ ਸਾਨੂੰ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਕਈ ਵਾਰ ਔਖਾ ਕਰਦੀਆਂ ਨੇ। ਓਕੇ। ਤੇ ਮੈਂ ਵੈਸੇ ਜਦੋਂ ਮੈਂ ਦੇਖਿਆ ਸੀਗਾ ਕਿ ਕੁਝ ਰਿਵਿਊਜ਼ ਨੇ ਜੋ ਬੰਦੇ ਨੂੰ ਡਿਸਟਰੈਕਟ ਕਰਦੀਆਂ ਨੇ, ਕਿਉਂਕਿ ਹਰ ਬੰਦਾ ਇੱਕ ਮੋਟੀਵੇਸ਼ਨ ਹੁੰਦੀ ਹੈ ਕਿ ਡੇਲੀ ਸਵੇਰੇ ਉੱਠ ਕੇ ਕਿ ਹਾਂ ਵੀ ਅੱਜ ਇਹ ਚੀਜ਼ਾਂ ਕਰਾਂਗੇ, ਬਟ ਜਿਹੜੇ ਉਹ ਨੈਗੇਟਿਵ ਰਿਵਿਊਜ਼ ਨੇ ਉਹ ਬੰਦੇ ਨੂੰ ਡਿਸਟਰੈਕਟ ਕਰਦੇ, ਡਿਸਪੁਆਇੰਟਮੈਂਟ ਹੁੰਦੀ ਹੈ ਬੰਦੇ ਨੂੰ। ਤਾਂ ਮੈਂ ਉਹਨਾਂ 'ਤੇ ਹੁਣ ਮੈਂ ਚਾਹੂੰਗੀ ਕਿ ਤੁਸੀਂ ਉਹਨਾਂ ਨੂੰ ਸਾਫ਼, ਜੋ ਕਿ ਕਈ ਵਾਰੀ ਬੰਦਾ ਹਰ ਕਿਸੇ ਦੇ ਰਿਵਿਊ 'ਤੇ ਆਨਸਰ ਨਹੀਂ ਕਰ ਸਕਦਾ, ਬੰਦੇ ਦੀ ਲਾਈਫ 'ਚ ਆਲਰੇਡੀ ਇੰਨਾ ਬਿਜ਼ੀ ਹੁੰਦਾ ਹੈ, ਤਾਂ ਉਹ ਕੁਐਸਚਨਸ ਦੇ ਆਨਸਰ ਤੁਸੀਂ ਹੁਣ ਪਲੀਜ਼ ਸਾਡੇ ਚੈਨਲ ਦੇ ਥਰੂ ਤੁਸੀਂ ਦਿਓ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਰਿਐਲਿਟੀ ਕੀ ਹੈ ਅਤੇ ਉਹਨਾਂ ਦੀ ਥਿੰਕਿੰਗ ਜਾਂ ਵਿਜ਼ਨ, ਉਹਨਾਂ ਦੇ ਪਰਸਪੈਕਟਿਵ ਕੀ ਨੇ। ਫਸਟ ਆਫ ਆਲ ਮੈਂ ਦੱਸਣਾ ਚਾਹੂੰਗੀ ਕਿ ਮੈਂ ਰਿਵਿਊਜ਼ ਬਹੁਤ ਘੱਟ ਪੜ੍ਹਦੀ ਹਾਂ, ਕਿਉਂਕਿ ਜਿਨ੍ਹਾਂ ਨੇ ਐਪਰੀਸ਼ੀਏਟ ਕਰਕੇ ਜਾਣਾ ਹੈ ਉਹ ਮੇਰੇ ਮੂੰਹ 'ਤੇ ਐਪਰੀਸ਼ੀਏਟ ਕਰਕੇ ਜਾਂਦੇ ਨੇ, ਜਿਨ੍ਹਾਂ ਨੇ ਨਹੀਂ ਕਰਨਾ ਉਹ ਪਿੱਠ ਪਿੱਛੋਂ ਰਿਵਿਊਜ਼ ਲਿਖਦੇ ਨੇ, ਠੀਕ ਹੈ। ਇਸ ਲਈ ਮੇਰੇ ਲਈ ਉਹ ਰਿਵਿਊਜ਼ ਇੰਨੇ ਮਾਇਨੇ ਨਹੀਂ ਰੱਖਦੇ। ਔਰ ਕਿਤੇ ਨਾ ਕਿਤੇ ਨੈਗੇਟਿਵ ਥੋੜ੍ਹਾ ਜਿਹਾ ਮੇਰਾ ਖਿਆਲ ਸਾਨੂੰ ਜ਼ਿਆਦਾ ਮੋਟੀਵੇਸ਼ਨ ਦਿੰਦਾ ਹੈ ਬੈਟਰ ਕੰਮ ਕਰਨ ਲਈ। ਨਜ਼ਰ ਵੱਟੂ ਵੀ ਚਾਹੀਦੇ ਹੁੰਦੇ ਨੇ, ਮੇਰੇ ਲਈ ਇਹ ਉਹੀ ਨੇ। ਓਕੇ।
ਤਾਂ ਹੁਣ ਮੈਂ ਕੁਝ ਰਿਵਿਊਜ਼ ਦਿਖਾਉਣਾ ਚਾਹੂੰਗੀ ਤਾਂ ਪਲੀਜ਼ ਆਪਾਂ ਉਹਨਾਂ ਨੂੰ ਆਨਸਰ ਕਰਦੇ ਹਾਂ ਅੱਜ ਕਿ ਜੋ ਚੀਜ਼ਾਂ ਤੁਸੀਂ ਸੋਚਦੇ ਹੋ ਤੇ ਹਰ ਇਨਸਾਨ ਦਾ ਪਰਸਪੈਕਟਿਵ ਡਿਫਰੈਂਟ ਹੁੰਦਾ ਹੈ ਤੇ ਉਹਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਤੁਹਾਡਾ ਕੀ ਹੈ ਤੇ ਜਿਹੜੇ ਆਪਣੇ ਰਿਵਿਊਜ਼ ਆ ਰਹੇ ਉਹਨਾਂ ਦੇ ਵਿੱਚ ਕਿੰਨਾ ਕੋਈ ਡਿਫਰੈਂਸ ਹੈਗਾ। ਤਾਂ ਆਪਾਂ ਕੰਟੀਨਿਊ ਕਰਦੇ ਹਾਂ ਵਿਦ ਫਰਸਟ ਰਿਵਿਊ। ਕਿਸੇ ਨੇ ਲਿਖਿਆ, ਕੋਈ ਮੋਹਿਤ ਕੌਸ਼ਲ ਨਾਮ ਦਾ ਪਰਸਨ ਹੈਗਾ, ਉਸਨੇ ਲਿਖਿਆ ਪੈਥੈਟਿਕ ਮੈਨੇਜਰ ਵਿਦ ਸੋ ਮਚ ਐਰੋਗੈਂਸ ਵਿਦ ਨੋ ਮੈਨਰਸ ਟੂ ਟਾਕ ਵਿਦ ਕਸਟਮਰਸ। ਇਹਦੇ 'ਤੇ ਕੀ ਕਹਿਣਾ ਚਾਹੋਗੇ? ਫਸਟ ਆਫ ਆਲ ਤਾਂ ਸਾਡੇ ਕੋਈ ਮੈਨੇਜਰ ਹੈ ਹੀ ਨਹੀਂ ਹੈ। ਯਾ ਮੈਂ ਮੇਰੇ ਹਸਬੈਂਡ ਅਸੀਂ ਖੁਦ ਹੀ ਹੁੰਨੇ ਆ, ਅਸੀਂ ਆਪ ਹੀ ਸਰਵ ਕਰਦੇ ਹਾਂ। ਤੇ ਇਹ ਹੁਣ ਇਹਨਾਂ ਨੇ ਕਿਉਂ ਲਿਖਿਆ ਪਤਾ ਨਹੀਂ, ਜ਼ਰੂਰ ਲੈਪਟਾਪ ਲੈ ਕੇ ਆਏ ਹੋਣਗੇ ਤਾਂ ਉਹ ਤਾਂ ਬਾਹਰ ਅਸੀਂ ਲਿਖਿਆ ਹੀ ਹੋਇਆ ਕਿ ਲੈਪਟਾਪ ਨਾਟ ਅਲਾਊਡ। ਇਹ ਇਹੋ ਜਿਹੇ ਬੰਦੇ ਨੇ, ਸ਼ਾਇਦ ਕਈ ਵਾਰ ਬਾਹਰ ਇਸ਼ਤਿਹਾਰ ਲੱਗੇ ਹੁੰਦੇ ਨਾ ਇੰਸਟੀਟਿਊਸ਼ਨਸ ਦੇ ਕਿ ਇੱਥੇ ਪਿਸ਼ਾਬ ਨਹੀਂ ਕਰਨਾ, ਉਹ ਫਿਰ ਵੀ ਉੱਥੇ ਹੀ ਕਰਕੇ ਜਾਂਦੇ ਆ। ਜੇ ਤੁਸੀਂ ਪੜ੍ਹ ਲਿਆ ਕਿ ਬਾਹਰ ਲਿਖਿਆ ਹੋਇਆ ਲੈਪਟਾਪ ਨਹੀਂ ਅਲਾਊਡ, ਫਿਰ ਵੀ ਤੁਸੀਂ ਆ ਕੇ ਅੰਦਰ ਲੈਪਟਾਪ ਅਲਾਊ ਕਰ ਯੂਜ਼ ਕਰਨਾ ਹੈ ਤਾਂ ਫਿਰ ਓਨਰ ਨੂੰ ਤਾਂ ਰੂਡ ਹੋਣਾ ਹੀ ਪਏਗਾ। ਕਿਉਂਕਿ ਮੈਮ ਜਿਵੇਂ ਕਿ ਮੈਂ ਦੇਖਿਆ ਵਾ ਕਿ ਇੱਥੇ ਜਿਹੜੀ ਸਿਟਿੰਗ ਹੈਗੀ 45 ਪੀਪਲਸ ਦੀ ਨੇ ਤੇ ਇਸ ਤੋਂ ਸਿਵਾ ਜਦੋਂ ਵੀ ਕੋਈ ਵੀ ਆਪਣਾ ਓਕੇਜ਼ਨ ਹੁੰਦਾ ਹੈ ਤਾਂ ਮੈਂ ਦੇਖਿਆ ਇੱਥੇ ਖੁਦ ਮੈਂ ਫੇਸ ਕੀਤੀ ਇਹ ਚੀਜ਼ ਕਿ ਕਾਫੀ ਟਾਈਮ ਜੋ ਲੋਕੀ ਨੇ ਬਾਹਰ ਵੇਟਿੰਗ ਕਰਦੇ ਆ ਜਸਟ ਬਿਕੋਜ਼ ਆਫ ਦਿਸ ਪਲੇਸ। ਤਾਂ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਲੈਪਟਾਪ ਵਗੈਰਾ ਜੇ ਲੈ ਕੇ ਆਉਂਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਸਿਟਿੰਗ ਕੀ ਹੈ ਇਨ ਬਿਟਵੀਨ, ਤੁਸੀਂ ਕੀ ਚਾਹੁੰਦੇ ਹੋ? ਫਸਟ ਆਫ ਆਲ ਲੈਪਟਾਪਸ ਮੈਂ ਤਾਂ ਬਿਲਕੁਲ ਵੀ ਨਹੀਂ ਅਲਾਉ ਕਰਨਾ ਚਾਹੁੰਦੀ। ਮੇਨ ਰੀਜ਼ਨ ਸਾਡਾ ਇਹੀ ਸੀ ਕਿ ਅਸੀਂ ਅੱਜ ਦੇ ਹਿਊਮਨ ਬੀਇੰਗਸ ਗੈਜਟਸ ਨਾਲ ਇੰਨਾ ਜੁੜ ਚੁੱਕੇ ਹਾਂ ਕਿ ਅਸੀਂ ਉਹ ਰੀਡਿੰਗ ਔਰ ਬੁੱਕਸ, ਉਹ ਜੋ ਸਾਡਾ ਪੁਰਾਣਾ ਕਲਚਰ ਸੀ ਨਾ ਉਹਨੂੰ ਪਿੱਛੇ ਬਿਲਕੁਲ ਛੱਡਦੇ ਜਾਂਦੇ ਹਾਂ। ਸਿਰਫ ਉਸ ਚੀਜ਼ ਤੋਂ ਕੱਢਣ ਲਈ ਅਸੀਂ ਇਹ ਸ਼ੁਰੂ ਕੀਤਾ ਸੀ ਕਿ ਅਸੀਂ ਲੈਪਟਾਪ ਨਹੀਂ ਅਲਾਉ ਕਰਾਂਗੇ, ਹੈ ਨਾ। ਲੈਪਟਾਪ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਘਰ ਬੈਠ ਕੇ ਵੀ ਲੈਪਟਾਪ 'ਤੇ ਕੰਮ ਹੋ ਸਕਦਾ। ਉਹਦੇ ਲਈ ਤੁਸੀਂ ਰੈਸਟੋਰੈਂਟ ਕਿਉਂ ਆਉਂਦੇ ਹੋ? ਠੀਕ ਹੈ, ਲੈਪਟਾਪ ਯੂਜ਼ ਕਰਨੇ ਆ ਤਾਂ ਘਰੇ ਬੈਠ ਕੇ ਕਰੋ ਜਾਂ ਪਾਰਕ 'ਚ ਬੈਠ ਜਾਓ। ਜੇ ਨਹੀਂ ਤੁਸੀਂ ਕੁਝ ਆਰਡਰ ਕਰਨਾ, ਤੁਸੀਂ ਪਾਰਕ 'ਚ ਬੈਠ ਕੇ ਬਾਹਰ ਲੈਪਟਾਪ ਯੂਜ਼ ਕਰ ਲਓ। ਐਟਲੀਸਟ ਜਦੋਂ ਤੁਸੀਂ ਕੱਪ ਐਂਡ ਕਿਤਾਬ 'ਚੋਂ ਤੁਸੀਂ ਬੁੱਕਸ ਰੀਡ ਕਰੋ, ਗੇਮਸ ਹੈ ਤੁਸੀਂ ਗੇਮਸ ਖੇਡੋ, ਤੁਸੀਂ ਇੰਟਰੈਕਟ ਕਰੋ। ਕਈ ਵਾਰ ਅਸੀਂ ਦੇਖਦੇ ਹਾਂ 4 ਜਣੇ ਆਏ ਆ ਆਪਣੇ ਆਪਣੇ ਲੈਪਟਾਪ 'ਤੇ ਆਪਣੇ ਆਪਣੇ ਫ਼ੋਨ 'ਤੇ ਬਿਜ਼ੀ ਹੈ, ਆਉਣ ਦਾ ਕੀ ਫਾਇਦਾ? ਜਿਵੇਂ ਕਿ ਇੱਥੇ ਸੈਟਰਡੇ ਨੂੰ ਕਾਫੀ ਜ਼ਿਆਦਾ ਜੋ ਕਿ ਮੈਂ ਕੁਇਜ਼ ਵਗੈਰਾ ਦੇਖੇ ਤਾਂ ਪਲੀਜ਼ ਥੋੜਾ ਉਹਨਾਂ ਬਾਰੇ ਵੀ ਹੋਈ ਜਾਵੇ। ਸੈਟਰਡੇ ਜ਼ਿਆਦਾਤਰ ਸਾਡੇ ਇਵੈਂਟਸ ਪਹਿਲਾਂ ਅਸੀਂ ਕਰਦੇ ਹੁੰਦੇ ਸੀ ਸੈਟਰਡੇ, ਬਟ ਹੁਣ ਵਾਕ ਇਨ ਗੈਸਟ ਸੈਟਰਡੇ ਸੰਡੇ ਇੰਨਾ ਜ਼ਿਆਦਾ ਹੁੰਦਾ ਹੈ ਬਿਕੋਜ਼ ਫੈਮਿਲੀਜ਼ ਫ੍ਰੀ ਹੁੰਦੀਆਂ ਜਾਂ ਜਿਹੜੇ ਜੌਬ ਕਰਦੇ ਆ ਉਹ ਫ੍ਰੀ ਹੁੰਦੇ ਆ, ਦੇ ਵਾਂਟ ਟੂ ਕਮ ਆਊਟ ਟੂ ਇੰਜੋਏ ਫੂਡ, ਹੈ ਨਾ। ਤਾਂ ਹੁਣ ਅਸੀਂ ਸੈਟਰਡੇ ਸੰਡੇ ਓਪਨ ਮਾਈਕਸ ਔਰ ਕੁਇਜ਼ ਜਾਂ ਚਾਏ ਪੇ ਚਰਚਾ ਜੋ ਵੀ ਰੱਖਦੇ ਸੀ ਉਹ ਹੁਣ ਸੈਟਰਡੇ ਸੰਡੇ ਦੀ ਬਜਾਏ ਅਸੀਂ ਵਰਕਿੰਗ ਡੇਜ਼ 'ਚ ਈਵਨਿੰਗਸ 'ਚ ਰੱਖਦੇ ਹਾਂ, ਕਿਉਂਕਿ ਸੈਟਰਡੇ ਸੰਡੇ ਵੈਸੇ ਹੀ ਸਾਡੇ ਕੋਲ ਵਾਕ ਇਨ ਗੈਸਟ ਇੰਨਾ ਹੁੰਦਾ ਹੈ ਕਿ ਮੁਸ਼ਕਿਲ ਹੁੰਦਾ ਸੰਭਾਲਣਾ ਥੋੜਾ ਜਿਹਾ। ਓਕੇ, ਤਾਂ ਕੰਟੀਨਿਊ ਕਰਦੇ ਹਾਂ ਨੈਕਸਟ ਰਿਵਿਊ ਤੇ। ਕਮੈਂਟ ਕੀਤਾ, ਵਰਸਟ ਸਟਾਫ, ਰੂਡ ਮੈਨੇਜਰ, ਵੈਰੀ ਪੈਥੈਟਿਕ ਸਰਵਿਸ, ਨਾਟ ਫੋਲੋਇੰਗ ਕੋਵਿਡ ਗਾਈਡਲਾਈਨਸ। ਤੇ ਤੁਸੀਂ ਦੱਸੋ ਕਿ ਕੋਵਿਡ ਗਾਈਡਲਾਈਨਸ ਕਿਵੇਂ ਤੁਸੀਂ ਫੋਲੋ ਕਰਦੇ ਹੋ? ਜਿਹੜੇ ਇਹ ਕਹਿ ਰਹੇ ਨੇ, ਰਿਵਿਊ ਕਰ ਰਹੇ ਨੇ ਕਿ ਕੋਵਿਡ ਗਾਈਡਲਾਈਨਸ ਜਿਹੜੀਆਂ ਹੈ ਤੇ ਫੋਲੋ ਨਹੀਂ ਕੀਤੀ ਜਾ ਰਹੀਆਂ। ਅਸੀਂ ਪੂਰੀਆਂ ਰੂਲਸ ਰੈਗੂਲੇਸ਼ਨਸ ਕੋਵਿਡ ਦੇ ਜੋ ਵੀ ਗਾਈਡਲਾਈਨਸ ਆਉਂਦੀਆਂ ਉਹਦੇ ਅਕੋਰਡਿੰਗਲੀ ਚੱਲਦੇ ਹਾਂ। ਸਾਡਾ ਰੋਜ਼ 11 ਵਜੇ ਕੈਫੇ ਬੰਦ ਹੁੰਦਾ ਹੈ। ਉਸ ਤੋਂ ਬਾਅਦ ਹਰ ਰੋਜ਼ ਪੈਸਟ ਵਾਲੇ ਆ ਰਹੇ ਨੇ, ਹਰ ਰੋਜ਼ ਪੂਰਾ ਸੈਨੀਟਾਈਜ਼ ਹੁੰਦਾ ਹੈ, ਉੱਪਰ ਵੀ ਔਰ ਨੀਚੇ ਬੇਸਮੈਂਟ ਜਿਹੜੀ ਸਾਡੀ ਕਿਚਨ ਹੈ ਉਹ ਵੀ ਹੁੰਦੀ ਹੈ। 6 ਅਸੀਂ ਬੋਟਲਸ ਵੱਡੀਆਂ ਰੱਖੀਆਂ ਹੋਈਆਂ ਹੈਂਡ ਸੈਨੀਟਾਈਜ਼ਰਸ ਦੀਆਂ, ਜਿਨ੍ਹਾਂ ਨੂੰ ਵੀ ਲੋੜ ਪੈਂਦੀ ਉਹਨਾਂ ਦੇ ਟੇਬਲ 'ਤੇ ਆ ਜਾਂਦੀਆਂ। ਮਾਸਕ ਸਭ ਦੇ ਲੱਗੇ ਹੈ। ਓਬਵੀਅਸਲੀ ਜਦੋਂ ਹੁਣ ਤੁਸੀਂ ਖਾਣਾ ਖਾਣਾ ਹੈ ਉਦੋਂ ਤਾਂ ਤੁਸੀਂ ਮਾਸਕ ਉਤਾਰੋਗੇ, ਮੈਨੂੰ ਨਹੀਂ ਲੱਗਦਾ ਮਾਸਕ ਪਹਿਨ ਕੇ ਕੋਈ ਖਾਣਾ ਖਾ ਸਕਦਾ ਹੈ। ਕੋਵਿਡ ਗਾਈਡਲਾਈਨਸ ਅਸੀਂ ਪੂਰੀਆਂ ਕਰਦੇ ਰਹੇ ਹਾਂ। ਜਿਵੇਂ ਉਦੋਂ ਕਿ ਟੇਬਲਸ ਇੱਥੇ ਅਲਾਊਡ ਨਹੀਂ ਸੀ ਡਾਈਨ ਇਨ ਲਈ, ਤਾਂ ਹੋਮ ਡਿਲੀਵਰੀਜ਼ ਵੀ ਚੱਲਦੀਆਂ ਰਹੀਆਂ ਨੇ। ਮੋਰਓਵਰ ਉਸ ਤੋਂ ਬਾਅਦ ਖੁੱਲ੍ਹਣ ਤੋਂ ਬਾਅਦ ਵੀ ਅਸੀਂ ਸਰਵਿੰਗ ਸਟਾਫ ਨਹੀਂ ਰੱਖਿਆ ਸੀ। ਮੈਂ ਔਰ ਮੇਰੀ ਬੇਟੀ ਅਸੀਂ ਆਪ ਹੀ ਸਰਵ ਕਰਦੇ ਸੀ, ਬਿਕੋਜ਼ ਸਾਨੂੰ ਪਤਾ ਹੈ ਅਸੀਂ ਆਪਣੇ ਆਪ ਨੂੰ ਸੈਨੀਟਾਈਜ਼ ਪ੍ਰੋਪਰਲੀ ਕਰ ਸਕਦੇ ਹਾਂ ਨਾ। ਸਟਾਫ 'ਤੇ ਫਿਰ ਵੀ ਆਪਾਂ ਉਹਨਾਂ ਕੰਟਰੋਲ ਕਈ ਵਾਰ ਨਹੀਂ ਰਹਿੰਦਾ, ਉਹਨਾਂ ਨੂੰ ਬਾਰ-ਬਾਰ ਕਈ ਵਾਰ ਕਹਿਣਾ ਪੈਂਦਾ ਸੀ, ਤੇ ਇਸ ਲਈ ਅਸੀਂ ਸਰਵਿੰਗ ਵੀ ਆਪ ਹੀ ਕਰਦੇ ਰਹੇ ਹਾਂ। ਪੂਰੀਆਂ ਗਾਈਡਲਾਈਨਸ ਪ੍ਰੋਪਰ ਚੱਲਦੀਆਂ ਰਹੀਆਂ ਨੇ ਸਾਡੀਆਂ। ਓਕੇ, ਤਾਂ ਜਿਵੇਂ ਕਿ ਹੁਣ ਮੈਂ ਨੈਕਸਟ ਰਿਵਿਊ ਹੈ ਇਹ ਵੀ ਲੈਪਟਾਪ 'ਤੇ ਹੈਗਾ ਹੈ, ਸੈਕਿੰਡ ਵਨ ਆਲਸੋ ਔਨ ਲੈਪਟਾਪ 'ਤੇ ਹੈ, ਅਤੇ ਤੀਸਰਾ ਜਿਹੜਾ ਹੈਗਾ ਵਾ ਇੱਥੇ ਓਨਰ ਨੂੰ ਪੈਥੈਟਿਕ ਕਿਹਾ ਗਿਆ ਜਾਂ ਫੂਡ ਸਰਵਿਸ 'ਤੇ ਕੁਝ ਬੋਲਿਆ ਗਿਆ। ਫਿਰ ਸੈਕਿੰਡ ਦੇ ਵਿੱਚ ਜਿਹੜਾ ਹੈ ਕਿ ਤੁਹਾਡਾ ਬਿਹੇਵੀਅਰ ਰੂਡ ਕਿਹਾ ਗਿਆ। ਇਹਦੇ 'ਤੇ ਕੀ ਕਹੋਗੇ ਤੁਸੀਂ? ਸਿੰਪਲ ਜੀ ਚੀਜ਼ ਹੈ, ਲੈਪਟਾਪ ਨਹੀਂ ਅਲਾਊਡ। ਜੇ ਤੁਹਾਨੂੰ ਸਿੰਪਲ ਵਰਡਸ ਦੇ ਵਿੱਚ ਸਮਝ ਨਹੀਂ ਆਉਂਦਾ, ਮੈਨੂੰ ਨਹੀਂ ਪਤਾ ਇਹਨੂੰ ਹੋਰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ। ਰੂਡ ਸਾਨੂੰ ਹੋਣਾ ਪੈਂਦਾ ਹੈ। ਐਂਡ ਆਫ ਡੇ ਇਟਸ ਅ ਬਿਜ਼ਨਸ,
ਅਸੀਂ ਵੀ ਕਮਾਉਣਾ ਹੈ, ਸਿਰਫ ਮੇਰਾ ਘਰ ਨਹੀਂ ਚੱਲਦਾ, ਇਹਦੇ ਤੋਂ ਸਾਡੇ 16 ਸਟਾਫ ਮੈਂਬਰਸ ਹੈ ਉਹਨਾਂ ਦਾ ਘਰ ਵੀ ਚੱਲਣਾ ਹੈ। ਜੇ ਅਸੀਂ ਸਾਰੇ ਲੈਪਟਾਪਸ ਵਾਲੇ ਅਲਾਓ ਕਰ ਦਾਂਗੇ ਤਾਂ ਜਿਹੜਾ ਸਾਡਾ ਰੈਗੂਲਰ ਗੈਸਟ ਹੈ ਜਿਨ੍ਹਾਂ ਨੇ ਸਾਨੂੰ ਬਿੱਲ ਬਣਾਉਣੇ ਆ ਸਾਡੇ, ਉਹਨਾਂ ਨੂੰ ਅਸੀਂ ਕਿਵੇਂ ਐਂਟਰਟੇਨ ਕਰਾਂਗੇ? ਇਹ ਸਪਸ਼ਟ ਸਮਝ ਨਹੀਂ ਆਉਂਦੀ ਲੋਕਾਂ ਨੂੰ। ਲੈਪਟਾਪ ਲੈ ਕੇ ਤੁਸੀਂ 4 ਘੰਟੇ ਬੈਠੇ ਰਹਿੰਦੇ ਹੋ, ਇੱਕ ਕੌਫੀ ਆਰਡਰ ਕਰਤੀ, ਤੁਸੀਂ ਆਪਣੇ ਪਿਓ ਦਾ ਟੇਬਲ ਸਮਝ ਲੈਂਦੇ ਹੋ ਉਸ ਤੋਂ ਬਾਅਦ। ਤੇ ਇਹ ਚੀਜ਼ ਇੱਥੇ ਤਾਂ ਨਹੀਂ ਅਲਾਓ ਹੋਊਗੀ। ਮੈਂ ਕਮਾਉਣਾ ਵੀ ਹੈ, 60,000 ਬਿਜਲੀ ਦਾ ਬਿੱਲ ਵੀ ਪੇ ਕਰਨਾ ਹੈ, ਇਹਦਾ ਰੈਂਟ ਵੀ ਪੇ ਕਰਨਾ ਹੈ, 16 ਸੈਲਰੀਜ਼ ਵੀ ਦੇਣੀਆਂ ਹੈ, ਆਪਣਾ ਘਰ ਵੀ ਚਲਾਉਣਾ ਹੈ, ਕਿੱਥੋਂ ਚੱਲੂਗਾ? ਲੰਗਰ ਤਾਂ ਨਹੀਂ ਲੱਗਿਆ, ਠੀਕ ਹੈ ਨਾ? ਤਾਂ ਇਸ ਲਈ ਰੂਡ ਆ ਤਾਂ ਹਾਂ ਬਿਲਕੁਲ ਹੈਗੇ ਆ, ਇਸ ਚੀਜ਼ ਲਈ ਅਸੀਂ ਬਿਲਕੁਲ ਰੂਡ ਰਵਾਂਗੇ ਕਿਉਂਕਿ ਇਹ ਸਾਡੇ ਰੂਲਸ ਹੈ ਔਰ ਰੂਲਸ ਇੱਥੇ ਚੱਲਣਗੇ। ਸਾਡਾ ਕੈਫੇ ਹੈ, ਸਾਡਾ ਪੈਸਾ ਲੱਗਾ ਹੈ, ਅਸੀਂ ਅਰਨਿੰਗ ਕਰਨੀ ਹੈ, ਇਸ ਲਈ ਸਾਡੇ ਹੀ ਰੂਲਸ ਚੱਲਣਗੇ। ਤੁਹਾਨੂੰ ਪਸੰਦ ਆਉਂਦਾ ਹੈ ਤਾਂ ਆਓ, ਨਹੀਂ ਪਸੰਦ ਆਉਂਦਾ ਤਾਂ ਸਤਿ ਸ੍ਰੀ ਅਕਾਲ ਹੈ। ਜਿਵੇਂ ਕਿ ਇੱਥੇ ਮੈਮ ਕੁਝ ਰਿਵਿਊਜ਼ ਨੇ ਜਿਸ ਦੇ ਵਿੱਚ ਲਿਖਿਆ ਹੋਇਆ 6 ਵਜੇ ਤੋਂ ਬਾਅਦ ਚਾਹ, ਇਹਦਾ ਕੀ ਸੀਨ ਹੈ? ਹੁਣ ਚਾਹ ਦੀ ਕਾਸਟ ਸਾਡੇ ਮੈਨਿਊ 'ਚ ਸਭ ਤੋਂ ਘੱਟ ਹੈ, ਠੀਕ ਹੈ? ਤੇ 6 ਵਜੇ ਤੋਂ ਬਾਅਦ ਵੈਸੇ ਵੀ ਡਾਕਟਰਸ ਵੀ ਕਹਿੰਦੇ ਆ ਕਿ ਚਾਹ ਨਹੀਂ ਪੀਣੀ ਚਾਹੀਦੀ, ਤਾਂ ਅਸੀਂ ਤਾਂ ਤੁਹਾਡੀ ਸਿਹਤ ਦਾ ਧਿਆਨ ਰੱਖਦੇ ਹਾਂ, ਠੀਕ ਹੈ? ਦੂਜੀ ਗੱਲ, ਚਾਹ ਕਿਉਂਕਿ ਸਭ ਤੋਂ ਸਸਤੀ ਹੈ ਤਾਂ ਲੋਕੀ ਕੀ ਕਰਦੇ ਆ, ਚਾਹ ਲੈ ਕੇ ਟੇਬਲ ਬੁੱਕ ਕਰਕੇ ਬਹਿ ਜਾਂਦੇ ਆ। ਤਾਂ ਜਿਨ੍ਹਾਂ ਨੇ 6 ਵਜੇ ਤੋਂ ਬਾਅਦ ਮੈਕਸਿਮਮ ਸਾਡੇ ਡਿਨਰ ਦੇ ਟੇਬਲਸ ਲੱਗਦੇ ਆ, ਹੈ ਨਾ, ਉਹ ਬੰਦੇ ਵਿਚਾਰੇ ਵੇਟ ਕਰ ਰਹੇ ਆ ਬਾਹਰ, ਨਹੀਂ ਤਾਂ ਵਾਪਸ ਚਲੇ ਜਾਂਦੇ ਆ। ਮੈਨੂੰ 5 ਚਾਹ ਵੇਚ ਕੇ ਜ਼ਿਆਦਾ ਫਾਇਦਾ ਹੈ ਕਿ ਮੈਨੂੰ 5 ਡਿਨਰਸ ਵੇਚ ਕੇ ਜ਼ਿਆਦਾ ਫਾਇਦਾ ਹੈ। ਮੈਂ ਤਾਂ ਆਪਣਾ ਫਾਇਦਾ ਦੇਖਣਾ ਹੈ। ਤੁਹਾਨੂੰ ਚਾਹ ਦੀ ਜ਼ਿਆਦਾ ਤਲਬ ਹੈ, ਰਿਕੁਐਸਟ ਕਰੋ, ਟੇਕ ਅਵੇ ਕਰੋ, ਆਪਣੀ ਚਾਹ ਲੈ ਜਾਓ, ਮੈਂ ਮਨਾ ਨਹੀਂ ਕਰਦੀ। ਬਟ ਇੱਥੇ ਬੈਠ ਕੇ ਇੱਕ ਕੱਪ ਚਾਹ ਲੈ ਕੇ ਤੁਸੀਂ 50 ਵਾਲਾ ਟੇਬਲ ਤੁਸੀਂ ਕਹੋ ਲੈਣਾ, ਉਹ ਤਾਂ ਨਹੀਂ ਹੋ ਸਕਦਾ ਫਿਰ। ਮੈਮ ਜਿਵੇਂ ਕਿ ਮੈਂ ਦੇਖਿਆ ਵਾ ਕਿ ਜਿਹੜੇ ਕਈ ਵਾਰੀ ਹੁੰਦੇ ਕਪਲ ਹੁੰਦੇ ਆ, ਉਹਨਾਂ ਨੂੰ ਆ ਕੇ ਜਿਵੇਂ ਕਿ 5 ਸੀਟਿੰਗਸ ਵਾਲੀ ਇੱਥੇ ਹੈਗਾ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਸਪੇਸ, ਬਟ ਉਸ ਦੇ ਬਾਵਜੂਦ ਉਹ 2-2 ਜਣੇ ਆ ਕੇ ਮਤਲਬ ਪਾਸੇ ਤੇ ਬਹਿ ਜਾਂਦੇ ਆ ਤੇ ਉਹ ਧਿਆਨ ਨਹੀਂ ਰੱਖਦੇ ਕਿ ਜਿਵੇਂ ਕਿ ਇਹ ਪਬਲਿਕ ਪਲੇਸ ਹੈ, ਇਹਦੇ ਤੇ ਕੀ ਕਹੋਗੇ? ਇਹੋ ਜਿਹਿਆਂ ਲਈ ਓਯੋ ਹੋਟਲਸ, ਓਯੋ ਰੂਮਸ ਹੁੰਦੇ ਆ, ਵੈਸੇ ਉਹਨਾਂ ਨੂੰ ਉੱਥੇ ਹੀ ਜਾਣਾ ਚਾਹੀਦਾ। ਇਹੋ ਜੀ ਵਧੀਆ ਜਗ੍ਹਾ ਤੇ ਤਾਂ ਆਉਣਾ ਵੀ ਨਹੀਂ ਚਾਹੀਦਾ, ਡਿਜ਼ਰਵ ਵੀ ਨਹੀਂ ਕਰਦੇ ਹੋ, ਕਿਉਂਕਿ ਇਹ ਇੱਕ ਫੈਮਿਲੀ ਪਲੇਸ ਹੈ। ਇੱਥੇ ਬੱਚੇ ਵੀ ਆਉਂਦੇ ਆ, ਬੈਠ ਕੇ ਗੇਮਸ ਖੇਲਦੇ ਆ, ਬੁੱਕਸ ਪੜ੍ਹਦੇ ਆ, ਤਾਂ ਬੜੀਆਂ ਔਕਵਰਡ ਜੀ ਸਿਚੁਏਸ਼ਨ ਹੋ ਜਾਂਦੀਆਂ। ਜਾਂ ਤਾਂ ਦੋਵਾਂ ਵਾਲਾ ਟੇਬਲ ਲਓ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਦੋਵਾਂ ਵਾਲਾ ਟੇਬਲ ਲਓ, ਆਮਣੇ ਸਾਹਮਣੇ ਬੈਠੋ, ਤੁਸੀਂ ਆਪਣਾ ਫੂਡ ਇੰਜੋਏ ਕਰੋ, ਗੱਲਾਂ ਬਾਤਾਂ ਕਰੋ। ਨਹੀਂ, ਉਹਨਾਂ ਨੂੰ ਕੋਨਾ ਚਾਹੀਦਾ, ਕੋਨੇ ਲਈ ਬਥੇਰੇ ਓਯੋਜ਼ ਹੈਗੇ ਆ, ਜਾਓ ਲੈ ਲਓ, ਇੱਥੇ ਨਹੀਂ। ਮੈਮ ਜਿਵੇਂ ਕਿ ਹੁਣ ਆਪਾਂ ਇੱਕ ਕਿੱਸਾ ਸ਼ੇਅਰ ਕਰਦੇ ਹਾਂ ਜੋ ਮੇਰੀ ਪ੍ਰੈਜ਼ੈਂਸ ਦੇ ਵਿੱਚ ਹੋਇਆ ਸੀਗਾ। ਜਦੋਂ ਮੈਂ ਆਈ ਸੀ ਉਸ ਟੇਬਲ ਤੇ ਇੱਕ ਕਪਲ ਬੈਠਾ ਸੀਗਾ, December last year, yes. December last ਇੱਥੇ ਇੱਕ ਕਪਲ ਬੈਠਾ ਸੀਗਾ। ਪਹਿਲਾਂ ਉਹਨਾਂ ਨੇ ਆਰਡਰ ਕੀਤਾ, ਕਾਫੀ ਦੇਰ ਬੈਠੇ ਰਹੇ, ਲੈਪਟਾਪ ਵੀ ਯੂਜ਼ ਕੀਤਾ, ਉਸ ਦੇ ਬਾਵਜੂਦ ਉਹ ਸਾਰੇ ਜਿਤਨੇ ਇੱਥੇ ਕਾਫੀ ਉਸ ਦਿਨ ਆਲਮੋਸਟ ਫੁੱਲ ਸੀਗਾ ਤੇ ਉਸ ਦੇ ਵਿੱਚ ਤੁਸੀਂ ਇੰਨੀ ਲਾਊਡਲੀ ਚੀਕ ਕੇ ਬੋਲ ਰਹੇ ਯੂ ਆਰ ਸੋ ਪੈਥੈਟਿਕ ਐਂਡ ਯੂ ਆਰ ਫੂਡ ਐਂਡ ਸੋ ਔਨ ਥਿੰਗਸ, ਉਹਦੇ ਤੇ ਤੁਸੀਂ ਕੀ ਕਹੋਗੇ? ਤੁਹਾਨੂੰ ਜੇ ਯਾਦ ਹੋਵੇ ਉਸ ਦਿਨ ਆਪਣੇ ਸਾਰੇ ਟੇਬਲਸ ਲੱਗੇ ਹੋਏ ਸੀ, ਲੋਕ ਬਾਹਰ ਵੇਟ ਵੀ ਕਰ ਰਹੇ ਸੀ, ਉਹ ਪਿਛਲੇ 2.5 ਘੰਟੇ ਤੋਂ ਬੈਠੇ ਸੀ ਔਰ ਬੜੀ ਔਕਵਰਡ ਸਿਚੁਏਸ਼ਨ 'ਚ ਬੈਠੇ ਸੀ। ਗੁੱਸਾ ਤਾਂ ਮੈਨੂੰ ਪਹਿਲਾਂ ਹੀ ਉਹਨਾਂ ਤੇ ਚੜਿਆ ਹੋਇਆ ਸੀ। 2-3 ਵਾਰੀ ਮੈਂ ਉਹਨਾਂ ਨੂੰ ਕਹਿ ਵੀ ਚੁੱਕੀ ਸੀ, ਇਸ਼ਾਰਾ ਕਰ ਵੀ ਚੁੱਕੀ ਸੀ, ਬਟ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ। ਫਿਰ ਜਦੋਂ ਮੈਂ ਉਹਨਾਂ ਨੂੰ ਜਾ ਕੇ ਸਟ੍ਰੇਟ ਅਵੇ ਕਿਹਾ ਕਿ ਪਲੀਜ਼ ਥੋੜ੍ਹਾ ਮੇਨਟੇਨ ਕਰਕੇ ਰੱਖੋ, ਤਾਂ ਉਹਨਾਂ ਨੂੰ ਮੇਰੇ ਫੂਡ 'ਚ ਗਲਤੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਹੈ ਨਾ। ਉਸ ਤੋਂ ਬਾਅਦ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਜਦੋਂ ਤੁਸੀਂ ਇੱਥੇ ਹੀ ਸੀਗੇ, ਹੈ ਨਾ। ਪੁਲਿਸ ਵੀ ਬੁਲਾਈ ਉਹਨਾਂ ਨੇ, ਤੇ ਬਟ ਮੈਂ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ। ਉਸ ਟਾਈਮ ਇੱਥੇ ਮੇਰਾ ਖਿਆਲ 80 ਜਣੇ ਸੀਗੇ, ਆਲਮੋਸਟ 80 ਪੀਪਲ, ਔਰ ਪੁਲਿਸ ਨਾਲ ਗੱਲਬਾਤ ਕਰਦਿਆਂ 1 ਵੱਜ ਗਿਆ ਸੀ ਰਾਤ ਦਾ। ਉਹ 2 ਜਣੇ ਇੱਕ ਸਾਈਡ ਸੀ ਔਰ 80 ਬੰਦੇ ਮੇਰੇ ਨਾਲ ਸੀ। ਮੈਂ ਅੱਜ ਤੱਕ ਸ਼ਾਇਦ ਇਸ ਕੈਫੇ ਤੋਂ ਬਹੁਤ ਕੁਝ ਕਮਾਇਆ ਨਹੀਂ ਹੈ, ਬਟ ਮੈਨੂੰ ਇੰਨਾ ਪਤਾ ਹੈ ਮੈਂ ਅੱਛੇ ਰਿਲੇਸ਼ਨਸ ਬਹੁਤ ਕਮਾਏ ਨੇ, ਕਿਉਂਕਿ ਐਵਰੀ ਸਿੰਗਲ ਕਾਲ ਤੇ ਕੋਈ ਨਾ ਕੋਈ ਆ ਰਿਹਾ ਸੀ। ਬਿਲਕੁਲ ਆ ਰਿਹਾ ਸੀ। ਪੁਲਿਸ ਵਾਲੇ ਵੀ ਸੀ, ਉਹਨਾਂ ਨੇ ਵੀ ਕਹਿ ਕੇ ਗਏ, ਮੈਡਮ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਗਲਤੀ ਹੈ, ਕਿਉਂਕਿ ਐਟਲੀਸਟ ਕੋਈ ਤਾਂ 80 ਚੋਂ ਬੋਲਦਾ ਕਿ ਨਹੀਂ ਇਹ ਓਨਰ ਗਲਤ ਹੈ ਤੇ ਇਹ ਬੰਦੇ ਠੀਕ ਨੇ। ਠੀਕ ਹੈ। ਜਿੱਥੇ ਤੱਕ ਮੈਨੂੰ ਯਾਦ ਹੈ ਕੁੜੀ ਜਿਹੜੀ ਸੀਗੀ ਉਹ ਬਲੌਗਰ ਸੀਗੀ, ਉਹ ਕਹਿ ਰਹੀ ਸੀਗੀ ਕਿ ਮੈਂ ਬਲੌਗ ਬਣਾਉਂਗੀ ਜਾਂ ਜੋ ਵੀ ਹੈ, ਮਤਲਬ ਕਿ ਮੈਂ ਇਹ ਜਿਹੜੇ ਬਲੌਗਰਸ ਹੈ ਨਾ, ਇਹਨਾਂ ਨੇ ਵੈਸੇ ਸਾਨੂੰ ਕਾਫੀ ਦੁਖੀ ਕੀਤਾ ਹੋਇਆ ਹੈ, ਕਿਉਂਕਿ ਮੈਕਸਿਮਮ ਬਲੌਗਰਸ ਹੈ ਨਾ, ਇਹਨਾਂ ਨੂੰ ਹੁੰਦਾ ਵੀ ਅਸੀਂ ਕਿਸੇ ਜਗ੍ਹਾ ਤੇ ਜਾਈਏ, ਸਾਨੂੰ ਫ੍ਰੀ ਦਾ ਖਾਣਾ ਮਿਲੇ, ਤੇ ਨਹੀਂ ਮਿਲਦਾ ਤਾਂ ਫਿਰ ਇਹ ਨੈਗੇਟਿਵ ਰਿਵਿਊਜ਼ ਦਿੰਦੇ ਆ। ਕੱਲ ਦਾ ਹੀ ਇਨਸੀਡੈਂਟ ਹੋਇਆ, ਕਿਸੇ ਨੇ ਸਾਨੂੰ 2 ਵਜੇ ਕਾਲ ਕੀਤੀ ਕਿ ਸਾਡਾ ਟੇਬਲ ਬੁੱਕ ਕਰ ਦਿਓ 3 ਜਣਿਆਂ ਲਈ, ਅਸੀਂ 3:30 ਵਜੇ ਆਵਾਂਗੇ। ਮੈਂ ਠੀਕ ਹੈ ਕਰ ਦਿੰਦੀ ਹਾਂ। ਸੈਟਰਡੇ ਸੰਡੇ ਵੈਸੇ ਅਸੀਂ ਟੇਬਲਸ ਬੁੱਕ ਨਹੀਂ ਕਰਦੇ ਕਿਉਂਕਿ ਵਾਕ ਇਨ ਗੈਸਟ ਇੰਨਾ ਹੁੰਦਾ ਹੈ, ਬੁੱਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮੈਂ ਫਿਰ ਵੀ 3:25 ਤੇ ਇੱਕ ਟੇਬਲ ਖਾਲੀ ਹੋਇਆ 3 ਜਣਿਆਂ ਦਾ, ਮੈਂ ਉਹਨਾਂ ਲਈ ਬੁੱਕ ਕਰਤਾ।
4 ਵਜੇ ਤੱਕ ਉਹ ਨਹੀਂ ਆਏ। ਉਸ ਤੋਂ ਬਾਅਦ ਮੈਂ ਟੇਬਲ ਕਿਸੇ ਹੋਰ ਨੂੰ ਦੇਤਾ, ਕਿਉਂਕਿ ਅੱਧਾ ਘੰਟਾ ਅਸੀਂ ਵੇਟ ਕਰ ਸਕਦੇ ਹਾਂ, ਇਸ ਤੋਂ ਵੱਧ ਨਹੀਂ। ਉਹ ਆਏ 5 ਵਜੇ। 5 ਵਜੇ ਆ ਕੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਟੇਬਲ ਚਾਹੀਦਾ। ਮੈਂ ਕਿਹਾ ਤੁਸੀਂ ਹਜੇ ਵੇਟ ਕਰੋ, ਹੋਇਆ ਨਹੀਂ ਹੈ, ਖਾਲੀ ਕੋਈ ਹੁੰਦਾ ਤਾਂ ਮੈਂ ਤੁਹਾਨੂੰ ਦੇ ਦਾਂਗੀ। ਮੇਰੀ ਉਸ ਟਾਈਮ ਮੀਟਿੰਗ ਚੱਲ ਰਹੀ ਸੀ ਬੇਕਰਸ ਦੇ ਨਾਲ। ਫਿਰ ਮੈਂ ਹਾਰ ਕੇ ਆਪਣਾ ਟੇਬਲ ਉਹਨਾਂ ਨੂੰ ਦਿੱਤਾ। ਅਸੀਂ ਬਾਹਰ ਬੈਠੇ ਹਾਂ, ਅਸੀਂ ਆਪਣੀ ਮੀਟਿੰਗ ਕੀਤੀ, ਉਹਨਾਂ ਨੂੰ ਮੈਂ ਟੇਬਲ ਦਿੱਤਾ। ਉਹਨਾਂ ਨੇ ਫੂਡ ਆਰਡਰ ਕੀਤਾ। ਉਸ ਤੋਂ ਬਾਅਦ ਕਹਿੰਦੇ ਸਾਨੂੰ ਨਾ ਅਸੀਂ ਬਾਹਰ ਬਹਿਣਾ ਹੈ, ਕਿਉਂਕਿ ਅਸੀਂ ਪਿਕਚਰਸ ਲੈਣੀ ਹੈ ਤੇ ਫੂਡ ਸਾਨੂੰ ਬਾਹਰ ਡਿਲੀਵਰ ਕਰ ਦਿਓ। ਤਾਂ ਮੇਰੇ ਹਸਬੈਂਡ ਨੇ ਕਿਹਾ ਠੀਕ ਹੈ, ਫੂਡ ਡਿਲੀਵਰ ਹੋ ਜਾਏਗਾ ਬਾਹਰ, ਬਟ ਤੁਸੀਂ ਪੇ ਕਰ ਦਿਓ ਪਹਿਲਾਂ, ਕਿਉਂਕਿ ਸਾਡੇ ਨਾਲ ਪਹਿਲਾਂ ਇੰਸੀਡੈਂਟ ਹੋ ਚੁੱਕਾ ਹੈ। ਲੋਕੀ ਆਰਡਰ ਕਰਦੇ ਆ, ਬਾਹਰੋਂ ਖਾ ਕੇ ਬਾਹਰੋਂ ਹੀ ਚਲੇ ਜਾਂਦੇ ਆ। ਆਲਮੋਸਟ 10-12 ਹਜ਼ਾਰ ਦੇ ਬਿੱਲ ਪੈਂਡਿੰਗ NG ਪਏ ਆ। ਤਾਂ ਹੁਣ ਅਸੀਂ ਸ਼ੁਰੂ ਕੀਤਾ, ਜੇ ਤੁਸੀਂ ਬਾਹਰ ਬਹਿਣਾ ਤਾਂ ਪਹਿਲਾਂ ਆਪਣੇ ਬਿੱਲ ਪੇ ਕਰੋ। ਉਹ ਸਾਨੂੰ ਕਹਿੰਦੇ ਅਸੀਂ ਪਹਿਲਾਂ ਕਿਉਂ ਪੇ ਕਰੀਏ, ਕੀ ਪਤਾ ਸਾਨੂੰ ਤੁਹਾਡਾ ਫੂਡ ਹੀ ਨਾ ਅੱਛਾ ਲੱਗੇ। ਤਾਂ ਇਹ ਨਹੀਂ ਮੈਨੂੰ ਸਮਝ ਆਈ ਵੀ ਇਹ ਕਿੱਥੋਂ ਦੇ ਰੂਲ ਨੇ ਕਿ ਤੁਹਾਨੂੰ ਫੂਡ ਨਹੀਂ ਅੱਛਾ ਲੱਗਿਆ ਤੁਸੀਂ ਪੇ ਨਹੀਂ ਕਰੋਗੇ। ਸਾਡਾ ਤਾਂ ਰॉ ਮਟੀਰੀਅਲ ਵੀ ਲੱਗਿਆ, ਸਰਵਿਸਿਜ਼ ਵੀ ਹੈ, ਸਭ ਕੁਝ ਹੈ। ਇਹੋ ਜਿਹੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਦੁਖੀ ਕਰਦੀਆਂ ਨੇ। ਹੈ ਜੈਨੂਇਨ ਫੂਡ ਬਲੌਗਰਸ ਵੀ ਹੈ, ਜਿਹੜੇ ਜੈਨੂਇਨ ਫੂਡ ਬਲੌਗਰਸ ਹੈ ਨਾ, ਉਹ ਕਦੀ ਵੀ ਆ ਕੇ ਇਹੋ ਜਿਹੀਆਂ ਹਰਕਤਾਂ ਨਹੀਂ ਕਰਦੇ ਜਾਂ ਆ ਕੇ ਦੱਸਣਗੇ ਵੀ ਨਹੀਂ ਕਿ ਅਸੀਂ ਫੂਡ ਬਲੌਗਰਸ ਹਾਂ। ਮੈਮ ਜਿਵੇਂ ਹੁਣ ਇੱਕ ਇਹ ਰਿਵਿਊ ਹੈ, ਕਿਸੇ ਨੇ ਕੱਲ੍ਹ ਹੀ ਕੀਤਾ ਕਿ ਇਹਨਾਂ ਨੂੰ ਆਮਲੇਟ ਦਾ ਠੇਲਾ ਲਗਾਉਣਾ ਚਾਹੀਦਾ ਰੈਸਟੋਰੈਂਟ ਦੀ ਜਗ੍ਹਾ। ਇਹਦੇ 'ਤੇ ਕੀ ਕਹੋਗੇ ਤੁਸੀਂ? ਸਾਡਾ ਮੈਨਿਊ ਦੇ ਵਿੱਚ ਇੱਕ ਡਿਸ਼ ਹੈ ਮਸਕਾਬਨ ਆਮਲੇਟ, ਜਿਹਦੇ ਵਿੱਚ ਅਸੀਂ ਠੇਲਾ ਸਟਾਈਲ ਲਿਖਦੇ ਹਾਂ ਨਾ। ਪਹਿਲਾਂ ਤਾਂ ਮੈਨੂੰ ਇਹਨਾਂ ਦੇ ਇਹੀ ਨਹੀਂ ਸਮਝ ਆਈ, ਠੇਲਾ ਲਗਾਉਣਾ ਚਾਹੀਦਾ। ਠੇਲੇ ਵਾਲੇ ਨੇ ਤੁਸੀਂ ਇਹਨਾਂ ਡੀਗ੍ਰੇਡ ਕਿਉਂ ਕਰਦੇ ਹੋ? ਮੇਰੇ ਖਿਆਲ 'ਚ ਉਹ ਸਾਡੇ ਤੋਂ ਜ਼ਿਆਦਾ ਬੈਟਰ ਨੇ, ਜਿਹੜੇ ਧੁੱਪੇ ਇੰਨੀ ਮਿਹਨਤ ਕਰ ਰਹੇ ਨੇ। ਜੇ ਉਹੋ ਜਿਹਾ ਅਸੀਂ ਆਮਲੇਟ ਦੇ ਸਕਦੇ ਹਾਂ ਤਾਂ ਉਹ ਸਾਡੇ ਲਈ ਇੱਕ ਆਨਰ ਹੈ, ਠੀਕ ਹੈ ਨਾ। ਬਿਕੋਜ਼ ਧੁੱਪੇ ਕੰਮ ਕਰਨਾ, AC 'ਚ ਕੰਮ ਕਰਨਾ ਬਹੁਤ ਫਰਕ ਹੈ। ਤਾਂ ਠੇਲਾ ਸਟਾਈਲ ਆਮਲੇਟ ਇਸ ਲਈ ਕਿਉਂਕਿ ਉਹ ਰਸਟਿਕ ਹੈ, ਉਹ 'ਚ ਬਹੁਤ ਸਾਰੀ ਗਾਰਨਿਸ਼ਿੰਗ ਵਗੈਰਾ ਕੁਝ ਨਹੀਂ ਹੈ, ਬਹੁਤ ਸਿੰਪਲ ਜਿਹਾ ਅਸੀਂ ਇੱਕ ਬ੍ਰੈਡ ਆਮਲੇਟ ਸਰਵ ਕਰਦੇ ਹਾਂ, ਇਸ ਲਈ ਠੇਲਾ ਸਟਾਈਲ ਆਮਲੇਟ। ਜਿਵੇਂ ਕਿ ਮੈਮ ਇੱਥੇ ਜਿਹੜੇ 45 ਪੀਪਲਸ ਦੇ ਜਿਹੜੇ ਹੈ ਕਿ ਇੱਥੇ ਆ ਕੇ ਸਿਟਿੰਗ ਹੈਗੀ ਹੈ ਸਭ ਦੀ, ਅਤੇ ਇੱਥੇ ਟੇਬਲਸ ਨੇ, ਬਟ ਕਈ ਲੋਕੀ ਨੇ ਜਿਵੇਂ ਹੁਣ 5 ਸੀਟਰ ਹੈ, ਹੁਣ 2 ਸੀਟਰ ਟੇਬਲ ਹੈ। ਹੁਣ ਜਿਹੜੇ 2 ਸੀਟਰਸ ਨੇ ਉਹ ਲੋਕੀ ਜੇ ਆ ਕੇ ਵੱਡੇ ਟੇਬਲ ਦੇ ਵੀ ਅਸੀਂ ਇੱਥੇ ਬਹਿਣਾ, ਉਹਦੇ 'ਤੇ ਕੀ ਕਹੋਗੇ? ਕਈ ਵਾਰੀ ਹੁੰਦੇ ਆ 2 ਜਾਣੇ ਆ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਪਲੀਜ਼ 2 ਵਾਲਾ ਟੇਬਲ ਲੈ ਲਓ। ਤੇ ਕਿਉਂਕਿ ਜੇ 5 ਵਾਲਾ ਟੇਬਲ ਆਊਗਾ ਅਸੀਂ ਉਹਨਾਂ ਨੂੰ ਕਿੱਥੇ ਅਕਮੋਡੇਟ ਕਰਾਂਗੇ, ਹੈ ਨਾ। 5 ਬੰਦੇ ਆਉਂਦੇ ਆ ਜਾਂ 6 ਬੰਦੇ ਆਉਂਦੇ ਆ, ਓਬਵੀਅਸਲੀ ਉਹਨਾਂ ਨੂੰ ਵੱਡਾ ਟੇਬਲ ਦੇਵਾਂਗੇ, ਉਹਨਾਂ ਨੂੰ 2 'ਤੇ ਤਾਂ ਨਹੀਂ ਅਸੀਂ ਬਿਠਾ ਸਕਦੇ। ਬਟ ਲੋਕਾਂ ਨੂੰ ਐਂ ਲੱਗਦਾ ਵੀ ਸਾਨੂੰ ਕਾਰਨਰ ਵਾਲਾ 2 ਵਾਲਾ ਟੇਬਲ ਦੇਤਾ, ਉਹ ਈਗੋ 'ਤੇ ਲੈ ਲੈਂਦੇ ਆ ਇਹ ਚੀਜ਼ ਨੂੰ ਨਾ, ਪਤਾ ਨਹੀਂ ਕਿਉਂ। ਬਟ ਮੇਰਾ ਖਿਆਲ ਨੋ, ਯੂ ਸ਼ੁੱਡ ਬੀ ਸੈਂਸੀਬਲ ਇਨਫ। ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ 2 ਜਾਣੇ ਹੈ ਤਾਂ 2 ਵਾਲੇ ਟੇਬਲ 'ਤੇ ਹੀ ਬਹਿਣਗੇ। ਹੁਣ 5 ਜਾਣਿਆਂ ਨੂੰ ਉੱਥੇ ਅਕਮੋਡੇਟ ਕਰਨਾ ਸਾਡੇ ਲਈ ਮੁਸ਼ਕਿਲ ਹੁੰਦਾ ਹੈ। ਤਾਂ ਇੰਨਾ ਕੁ ਤਾਂ ਮੇਰੇ ਖਿਆਲ ਗੈਸਟ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ। ਮੈਮ ਇੱਕ ਰਿਵਿਊ ਆਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਬੁੱਕਸ ਨੇ ਉੱਥੇ ਅਵੇਲੇਬਲ ਨੇ ਉਹ ਸਾਨੂੰ ਪੜ੍ਹਨ ਨਹੀਂ ਦਿੰਦੇ ਜਾਂ ਰੀਡ ਨਹੀਂ ਕਰਨ ਦਿੰਦੇ, ਜਾਂ ਗੇਮਸ ਜਿਹੜੀ ਹੈਗੀਆਂ ਉਹ ਸਿਰਫ ਉੱਥੇ ਐਜ਼ ਅ ਸ਼ੋ ਪੀਸ ਰੱਖੀ ਹੈ, ਜਾਂ ਸਾਨੂੰ ਜਦੋਂ ਵੀ ਮਤਲਬ ਚੀਜ਼ਾਂ ਨੂੰ ਹੱਥ ਲਗਾਉਂਦੇ ਆ ਅਤੇ ਜਿਹੜੇ ਓਨਰ ਹੈ ਉਹ ਰੂਡ ਹੋ ਜਾਂਦੇ ਆ ਜਾਂ ਉਹ ਗੁੱਸਾ ਕਰਦੇ, ਉਹਦੇ 'ਤੇ ਕੀ ਕਹੋਗੇ? ਬੁੱਕਸ ਤਾਂ ਹਮੇਸ਼ਾ ਵੈਲਕਮ ਹੈ ਜੀ। ਬੁੱਕਸ ਤੁਸੀਂ ਜਿੰਨੀ ਦੇਰ ਬੈਠ ਕੇ ਮਰਜ਼ੀ ਪੜ੍ਹ ਸਕਦੇ ਹੋ। ਗੇਮਸ ਅਸੀਂ ਜ਼ਰੂਰ ਸੈਟਰਡੇ ਸੰਡੇ ਮਨਾ ਕਰਦੇ ਹਾਂ, ਬਿਕੋਜ਼ ਸੈਟਰਡੇ ਸੰਡੇ ਵਾਕ ਇਨ ਗੈਸਟ ਬਹੁਤ ਜ਼ਿਆਦਾ ਹੁੰਦਾ ਹੈ। ਤੁਸੀਂ ਗੇਮਸ ਖੇਲਣੀਆਂ ਮੰਡੇ ਟੂ ਫਰਾਈਡੇ ਜਦੋਂ ਮਰਜ਼ੀ ਆਓ ਖੇਡੋ। ਸੈਟਰਡੇ ਸੰਡੇ ਨਹੀਂ ਅਸੀਂ ਅਲਾਉ ਕਰ ਸਕਦੇ, ਹੈ ਨਾ, ਕਿਉਂਕਿ ਕੋਈ ਬੰਦਾ ਬਾਹਰ ਬੈਠ ਕੇ ਵੇਟ ਕਰ ਰਿਹਾ ਖਾਣੇ ਦੀ, ਤੁਸੀਂ ਬੈਠ ਕੇ ਅੰਦਰ ਗੇਮ ਖੇਡ ਰਹੇ ਹੋ, ਉਹ ਸਾਡੇ ਲਈ ਠੀਕ ਨਹੀਂ ਹੈ। ਬੁੱਕਸ ਮੈਂ ਕਦੀ ਮਨਾ ਨਹੀਂ ਕੀਤੀਆਂ। ਸਿਲੇਬਸ ਵਾਲੀਆਂ ਬੁੱਕਸ ਜ਼ਰੂਰ ਮਨਾ ਕਰਦੀਆਂ, ਕਿਉਂਕਿ ਇੱਥੇ ਕਈਆਂ ਨੇ ਕੀ ਸ਼ੁਰੂ ਕੀਤਾ ਸੀ ਕਿ ਕੋਚਿੰਗ ਸੈਂਟਰ ਬਣਾ ਲਿਆ ਸੀ। ਆਉਂਦੇ ਸੀ ਆਪਣੇ ਟੀਚਰ ਨਾਲ ਆਉਂਦੇ ਸੀ, ਇੱਕ ਕੋਈ ਵੀ ਚਾਹ ਆਰਡਰ ਕਰਕੇ 3-3 ਘੰਟੇ ਟਿਊਸ਼ਨ ਕਲਾਸਿਸ ਚੱਲਦੀਆਂ ਸੀ। ਤਾਂ ਉਹਨਾਂ ਨੂੰ ਸਿਰਫ ਇੰਨਾ ਜ਼ਰੂਰ ਕਿਹਾ ਸੀ ਕਿ ਇਹੋ ਜਿਹਾ ਕੁਝ ਕਰਨਾ ਹੈ ਤਾਂ ਲਾਇਬ੍ਰੇਰੀ ਬਿਲਕੁਲ ਨਾਲ ਹੀ ਹੈ, ਇਹ ਤੁਸੀਂ ਉੱਥੇ ਵੀ ਕਰ ਸਕਦੇ ਹੋ। ਇੱਥੇ ਪੜ੍ਹਨਾ ਹੈ ਤੁਸੀਂ ਆਹ ਵਾਲੀਆਂ ਬੁੱਕਸ ਪੜ੍ਹੋ, ਫੂਡ ਆਰਡਰ ਕਰੋ। ਸਾਨੂੰ ਵੀ ਤਾਂ ਕੁਝ ਫਾਇਦਾ ਹੋਣਾ ਚਾਹੀਦਾ ਹੈ ਨਾ। ਬਹੁਤ ਸਾਰੇ ਖਰਚੇ ਹੁੰਦੇ ਆ ਇੱਕ ਕੈਫੇ ਨੂੰ ਚਲਾਉਣ ਲਈ, ਅਸੀਂ ਉਹ ਕਿੱਥੋਂ ਕੱਢਾਂਗੇ? ਜਾਂ ਤਾਂ ਸਾਨੂੰ ਕੋਈ ਆਲਟਰਨੇਟ ਦੱਸ ਦਿਓ ਵੀ ਐਂ ਤੁਸੀਂ ਖਰਚੇ ਕੱਢ ਸਕਦੇ ਹੋ। ਮੈਨਿਊ 'ਚ ਕੋਈ ਸਾਡੇ ਰੇਟਸ ਵੀ ਬਹੁਤ ਜ਼ਿਆਦਾ ਨਹੀਂ ਹੈ, ਬਹੁਤ ਜੈਨੂਇਨ ਰੇਟਸ ਹੈ, ਤੇ ਇਸ ਲਈ ਰੂਡ ਹੋਣਾ ਪੈਂਦਾ ਸਾਨੂੰ ਕਈ ਵਾਰੀ। ਮੈਮ ਤੁਹਾਡੇ ਇੱਥੇ ਬੁੱਕਸ ਅਵੇਲੇਬਲ ਹੈਗੀਆਂ, ਗੇਮਸ ਅਵੇਲੇਬਲ ਹੈ ਐਂਡ ਕਾਫੀ ਆਲਸੋ ਅਵੇਲੇਬਲ ਹੈਗੀ ਹੈ, ਬਟ ਉਸ ਦੇ ਬਾਵਜੂਦ ਤੁਸੀਂ, ਮੈਂ ਸੁਣਿਆ ਬੁੱਕਸ ਨਹੀਂ ਪੜ੍ਹਨ ਦਿੰਦੇ ਜਾਂ ਜਿਹੜੀ ਹੈ ਕਾਫੀ ਦੇਰ ਇੱਥੇ ਕਾਫੀ ਵਗੈਰਾ ਦੇ ਨਾਲ ਬੈਠਣ ਨਹੀਂ ਦਿੰਦੇ, ਜਦ ਕਿ ਜਿਵੇਂ ਕਿ ਕੈਫੇਟੀਰੀਆਜ਼ ਦੇ ਵਿੱਚ ਹੈ ਲੋਕੀ ਕਾਫੀ ਆਰਡਰ ਕਰਕੇ 2-2 3-3 ਘੰਟੇ ਤੱਕ ਬੈਠੇ ਰਹਿੰਦੇ, ਇੱਦਾਂ ਕਿਉਂ? ਬਾਕੀ ਤੁਸੀਂ ਜਾਓ ਬਰਿਸਤਾ CCD ਪੀਓ ਕੌਫੀ, 3 ਘੰਟੇ ਬੈਠੋ, 400-500 ਦੀ ਕੌਫੀ ਲਓ, ਬੈਠੋ। ਸਾਡੀ ਕੌਫੀ ਵੀ 100 ਰੁਪਏ ਦੀ ਹੈ, ਤਾਂ ਫਿਰ ਓਨਾ ਹੀ ਟਾਈਮ ਹੋਏਗਾ। ਬੁੱਕਸ ਮੈਂ ਕਦੀ ਮਨਾ ਨਹੀਂ ਕੀਤੀਆਂ। ਗੇਮਸ ਅਸੀਂ ਇਸ ਲਈ ਮਨਾ ਕਰਦੇ ਹਾਂ, ਜਾਂ ਤਾਂ ਤੁਸੀਂ ਖੇਲ ਲਓ ਜਾਂ ਤੁਸੀਂ ਖਾ ਲਓ, ਕਿਉਂਕਿ 2-3 ਵਾਰੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਕਿ ਖਾਂਦੇ ਖਾਂਦੇ ਨਾਲ ਨਾਲ ਖੇਡਦੇ ਨੇ, ਕਦੀ ਗਲਾਸ ਟੁੱਟ ਜਾਂਦਾ ਹੈ,
ਕਦੀ ਕੋਈ ਪਲੇਟ ਨੀਚੇ ਗਿਰ ਗਈ, ਫੂਡ ਗਿਰ ਗਿਆ, ਵੇਸਟ ਹੋ ਜਾਂਦਾ ਹੈ। ਹੁਣ ਅਸੀਂ ਉਹਨਾਂ ਤੋਂ ਡਬਲ ਚਾਰਜ ਵੀ ਨਹੀਂ ਕਰ ਸਕਦੇ, ਉਹ ਵੀ ਅੱਛਾ ਨਹੀਂ ਲੱਗਦਾ। ਔਰ ਫਿਰ ਉੱਤੋਂ ਉਹ ਸਾਨੂੰ ਕਹਿਣਗੇ, ਜੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪਹਿਲਾਂ ਖੇਡ ਲਓ ਬਾਅਦ ਚੋਂ ਖਾ ਲਿਓ, ਜਾਂ ਪਹਿਲਾਂ ਖਾ ਲਓ ਬਾਅਦ ਚੋਂ ਖੇਡ ਲਿਓ, ਉਹ ਵੀ ਉਹ ਮੰਨਣ ਨੂੰ ਰਾਜ਼ੀ ਨਹੀਂ ਹੁੰਦੇ। ਤਾਂ ਫਿਰ ਥੋੜਾ ਜਿਹਾ ਉੱਥੇ ਕਨਫਲਿਕਟ ਆ ਜਾਂਦਾ ਹੈ। ਪਹਿਲਾਂ ਅਸੀਂ ਸਭ ਕੁਝ ਅਲਾਉ ਕਰਦੇ ਸੀ, ਬੁੱਕਸ ਵੀ ਤੁਸੀਂ ਜਿੰਨੀ ਦੇਰ ਮਰਜ਼ੀ ਬੈਠ ਕੇ ਪੜ੍ਹੋ, ਗੇਮਸ ਵੀ ਜਿੰਨੀ ਦੇਰ, ਬਟ ਕੁਝ ਇਹੋ ਜਿਹੇ ਇਨਸੀਡੈਂਟਸ ਹੋ ਜਾਂਦੇ ਆ ਜਿਹਦੇ ਕਰਕੇ ਸਾਨੂੰ ਰਿਸਟ੍ਰਿਕਟ ਕਰਨਾ ਪਿਆ ਇਹ ਚੀਜ਼ਾਂ, ਹੈ ਨਾ। ਹੁਣ ਰੋਜ਼ ਅਸੀਂ ਜਾ ਰਹੇ ਹਾਂ, ਰੋਜ਼ ਸਾਨੂੰ ਕਦੀ ਸ਼ੇਕਸ ਵਾਲੇ ਗਲਾਸ ਲਿਆਉਣੇ ਪੈ ਰਹੇ ਹੈ, ਕਦੀ ਮੌਕਟੇਲਸ ਵਾਲੇ ਗਲਾਸ ਲਿਆਉਣੇ ਪੈ ਰਹੇ, ਬਿਕੋਜ਼ ਸਾਡਾ ਸਟਾਫ ਧੋਂਦਿਆਂ ਹੈਂਡਲ ਕਰਦਿਆਂ ਇੰਨਾ ਨਹੀਂ ਤੋੜਦਾ ਜਿੰਨਾ ਗੈਸਟ ਤੋੜ ਜਾਂਦੇ ਨੇ, ਸਿਰਫ ਉਹਨਾਂ ਦੀ ਲਾਪਰਵਾਹੀ ਕਰਕੇ ਕਿ ਗੇਮ ਖੇਲਣੀ ਹੈ, ਨਾਲ ਹੀ ਉਹਨਾਂ ਨੇ ਖਾਣਾ ਪੀਣਾ ਮੈਂ ਤਾਂ ਕਰਨਾ ਪਿਆ। ਔਰ ਅੱਗੋਂ ਵੀ ਸ਼ਾਇਦ ਇਸ ਲਈ ਇਹ ਚੀਜ਼ਾਂ 'ਤੇ ਸਾਨੂੰ ਥੋੜ੍ਹੀ ਰਿਸਟ੍ਰਿਕਸ਼ਨ ਲਗਾਉਣੀਆਂ ਪੈਣਗੀਆਂ। ਬਹੁਤ ਸਾਰੇ ਰਿਵਿਊਜ਼ ਤੁਸੀਂ ਮੈਨੂੰ ਦੱਸੇ। ਇੱਕ ਇਨਸੀਡੈਂਟ ਮੈਂ ਤੁਹਾਨੂੰ ਹੁਣ ਦੱਸੂੰਗੀ। ਕੁਝ ਦਿਨ ਪਹਿਲਾਂ ਕੀ ਹੋਇਆ, ਇੱਕ ਉਸ ਟੇਬਲ 'ਤੇ ਇੱਕ ਕਪਲ ਬੈਠਾ ਸੀ, ਤਾਂ ਲੇਡੀ ਬੈਠ ਕੇ ਨਾ ਬਲਾਈਂਡਸ ਨੂੰ ਚੰਗੀ ਤਰ੍ਹਾਂ ਹਿਲਾ ਰਹੀ ਸੀ। ਤਾਂ ਮੈਂ ਉਹਨਾਂ ਨੂੰ ਜਸਟ ਰਿਕੁਐਸਟ ਕੀਤੀ ਕਿ ਇਹ ਬਹੁਤ ਡੈਲੀਕੇਟ ਹੈ, ਨਿਕਲ ਜਾਂਦੇ ਆ, ਇਹਨਾਂ ਨੂੰ ਪਲੀਜ਼ ਨਾ ਛੇੜੋ। ਬਟ ਆਦਤ ਹੁੰਦੀ ਹੈ, ਕੁਛ ਨਾ ਕੁਛ ਹੱਥ ਨੂੰ ਚਾਹੀਦਾ ਹੈ ਨਾ, ਉਹਦੇ ਲਈ ਅਸੀਂ ਰੂਬਿਕ ਕਿਊਬਸ ਰੱਖੇ ਹੋਏ ਆ, ਬਲੌਕਸ ਰੱਖੇ ਹੈ। ਤੁਹਾਡੇ ਨਹੀਂ ਹੱਥ ਟਿਕਦੇ, ਤੁਸੀਂ ਉਹ ਖੇਡੋ, ਉਹ ਕਰੋ, ਬਟ ਨਹੀਂ। ਖਾ ਪੀ ਕੇ ਉਹ ਚਲੇ ਗਏ। ਉਸ ਤੋਂ ਬਾਅਦ ਉਹ ਬਲਾਈਂਡਸ ਪੂਰੇ ਦੇ ਪੂਰੇ ਥੱਲੇ ਡਿੱਗ ਪਏ। ਨੈਕਸਟ ਡੇ ਮੈਨੂੰ ਬੰਦਾ ਬੁਲਾਉਣਾ ਪਿਆ, ਦੁਬਾਰਾ ਬਲਾਈਂਡਸ ਟਿਕਵਾਏ ਹੈ, 4 ਬਲਾਈਂਡਸ ਪੂਰੇ ਨੀਚੇ ਗਿਰ ਗਏ ਸੀਗੇ। 1500 ਰੁਪਈਆ ਮੇਰਾ ਲੱਗਿਆ ਹੈ। ਹੁਣ ਇਹ ਮੈਂ ਉਹਨਾਂ ਦੇ ਬਿੱਲ 'ਚ ਤਾਂ ਨਹੀਂ ਪਾਇਆ, ਬਟ ਫਿਰ ਵੀ ਉਹਨਾਂ ਨੇ ਰਿਵਿਊਜ਼ ਪਾਏ ਹੋਏ ਨੇ। ਤਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਗੁੱਸਾ ਵੀ ਆਉਂਦਾ ਹੈ, ਦੁੱਖ ਵੀ ਹੁੰਦਾ ਹੈ ਕਿ ਕੋਈ ਬੰਦਾ ਇੰਨੀ ਮਿਹਨਤ ਨਾਲ ਕੁਝ ਕੰਮ ਕਰ ਰਿਹਾ, ਉਹਨੂੰ ਇੰਸਟੈਂਟ ਤੁਸੀਂ ਮੋਟੀਵੇਟ ਕਰਨ ਦੀ ਬਜਾਏ ਤੁਸੀਂ ਨਾ ਲਾਹਨਤਾਂ ਪਾ ਰਹੇ ਹੋ। ਤਾਂ ਲਾਹਨਤਾਂ ਮੇਰੇ ਖਿਆਲ ਮੇਰੇ 'ਤੇ ਨਹੀਂ ਹੈ, ਲਾਹਨਤਾਂ ਤੁਹਾਡੀ ਪਰਵਰਿਸ਼ 'ਤੇ ਹੈ। ਇੱਕ ਇਨਸੀਡੈਂਟ ਹੋਰ ਇੰਝ ਹੀ ਹੋਇਆ ਸੀ। 2 ਜੈਂਟਲਮੈਨ ਆਏ ਅਤੇ ਅੱਧਾ ਘੰਟਾ ਬੈਠੇ ਰਹੇ। ਉਸ ਤੋਂ ਬਾਅਦ ਮੈਂ ਸਟਾਫ ਮੈਂਬਰ ਨੂੰ ਇੱਕ ਭੇਜਿਆ, ਮੈਂ ਕਿਹਾ ਜਾ ਕੇ ਆਰਡਰ ਲਿਆਓ। ਉਹ ਕਹਿੰਦੇ ਗੁੱਸੇ ਨਾਲ ਕਹਿੰਦੇ, ਕਿਉਂ ਅਸੀਂ ਆਰਡਰ ਤੋਂ ਬਿਨਾਂ ਨਹੀਂ ਇੱਥੇ ਬਹਿ ਸਕਦੇ? ਤੇ ਕੋਈ ਪੁੱਛਣ ਵਾਲਾ ਹੋਵੇ, ਤੁਹਾਡੇ ਮਾਮੇ ਦਾ ਘਰ ਥੋੜ੍ਹੀ ਹੈ, ਤੁਸੀਂ ਰੈਸਟੋਰੈਂਟ 'ਚ ਆਏ ਹੋ, ਮੀਟਿੰਗ ਕਰਨੀ ਹੈ, ਕਰੋ 2 ਘੰਟੇ ਕਰੋ, ਬਟ ਕੁਝ ਫੂਡ ਤਾਂ ਆਰਡਰ ਕਰੋ। ਤਾਂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਔਖੀਆਂ ਹੁੰਦੀਆਂ। ਔਰ ਪਲੱਸ ਤੁਸੀਂ ਮੇਰੇ ਸਟਾਫ ਨਾਲ ਇੰਨੀ ਰੂਡਲੀ ਬੋਲੋਗੇ, ਇਹ ਮੈਂ ਬੱਚਿਆਂ ਆਕਣ ਇਹਨਾਂ ਨੂੰ ਰੱਖਿਆ ਹੋਇਆ, ਇਹ ਚੀਜ਼ ਮੈਂ ਬਰਦਾਸ਼ਤ ਨਹੀਂ ਕਰੂੰਗੀ। ਮੇਰੇ ਸਟਾਫ ਔਰ ਮੇਰੇ ਗੈਸਟ ਦੇ ਵਿੱਚ ਮੈਂ ਇੱਕ ਸ਼ੀਲਡ ਹਾਂ। ਤੁਸੀਂ ਜੋ ਬੋਲਣਾ ਮੈਨੂੰ ਬੋਲੋ, ਠੀਕ ਹੈ, ਬਟ ਮੇਰੇ ਸਟਾਫ ਨੂੰ ਕੋਈ ਐਂ ਗਲਤ ਬੋਲ ਕੇ ਜਾਊਗਾ ਤਾਂ ਉਹ ਚੀਜ਼ ਬਰਦਾਸ਼ਤ ਨਹੀਂ ਹੋਊਗੀ। ਦੂਜੇ ਰੈਸਟੋਰੈਂਟ 'ਚ ਹੁੰਦਾ ਤੁਸੀਂ ਸਟਾਫ ਨੂੰ ਬੋਲ ਜਾਂਦੇ ਹੋ, ਵਿਚਾਰੇ ਅੱਗੋਂ ਕੁਝ ਬੋਲਦੇ ਨਹੀਂ, ਬਿਕੋਜ਼ ਉਹਨਾਂ ਨੇ ਓਨਰ ਨੂੰ ਆਨਸਰ ਕਰਨਾ ਹੁੰਦਾ। ਇੱਥੇ ਓਨਰ ਖੁਦ ਬੈਠਾ ਹੈ, ਜੋ ਬੋਲ ਕੇ ਜਾਣਾ ਬੋਲ ਕੇ ਜਾਓ। ਮੇਰੇ ਸਟਾਫ ਨੂੰ ਕੋਈ ਗਲਤ ਨਹੀਂ ਬੋਲੇਗਾ, ਉਹ ਬਰਦਾਸ਼ਤ ਨਹੀਂ ਹੋਏਗਾ ਇੱਥੇ। ਜਿਵੇਂ ਕਿ ਇੱਕ ਹੋਰ ਰਿਵਿਊ ਆਇਆ ਮੈਮ, ਜਿਹਦੇ ਵਿੱਚ ਤੁਹਾਡੀ ਐਜੂਕੇਸ਼ਨ ਤੇ ਤੁਹਾਨੂੰ ਇਲਿਟਰੇਟ ਕਿਹਾ ਗਿਆ ਹੈ, ਇਹਦੇ ਤੇ ਪਲੀਜ਼ ਆਨਸਰ ਤਾਂ ਕਰਨਾ ਬਣਦਾ ਹੈ। ਬਿਲਕੁਲ ਬਣਦਾ ਹੈ। ਜਿਨ੍ਹਾਂ ਨੂੰ ਤੁਸੀਂ ਇਲਿਟਰੇਟ ਕਿਹਾ, ਫॉर योर ਕਾਈਂਡ ਇਨਫੋਰਮੇਸ਼ਨ, ਮੈਂ ਡਬਲ ਪੋਸਟ ਗ੍ਰੈਜੂਏਟ ਹਾਂ। ਇੰਡੀਆ ਤੇ ਬਾਹਰ ਯੂਨੀਵਰਸਿਟੀ 'ਚ ਪੜ੍ਹਾ ਚੁੱਕੀ ਹਾਂ। ਬਹੁਤ ਸਾਰੇ ਤੁਹਾਡੇ ਵਰਗੇ ਸਪੋਇਲਡ ਬ੍ਰੈਡਸ ਸੁਧਾਰੇ ਨੇ। ਹਸਬੈਂਡ ਮੇਰੇ ਗੋਲਡ ਮੈਡਲਿਸਟ ਨੇ, ਯੂਨੀਵਰਸਿਟੀ ਟੌਪਰ ਨੇ। ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਉਹ ਮਕੈਨੀਕਲ ਕੰਸਲਟੈਂਟ ਨੇ। ਔਰ ਮੇਰਾ ਖਿਆਲ ਇਲਿਟਰੇਟ ਉਹ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਚੀਜ਼ ਦਾ ਐਕਨੋਲੇਜ ਨਹੀਂ ਕਰਨਾ ਆਉਂਦਾ। ਠੀਕ ਹੈ, ਹੌਸਪਿਟੈਲਿਟੀ ਇੰਡਸਟਰੀ 'ਚੋਂ ਨਹੀਂ ਆ, ਬਟ ਮੇਰੇ ਖਿਆਲ 'ਚ ਇੰਨਾ ਕੁ ਤਾਂ ਸਾਨੂੰ ਪਤਾ ਹੈ ਕਿ ਆਪਣੇ ਗੈਸਟ ਨਾਲ ਕਿਵੇਂ ਗੱਲ ਕਰਨੀ ਹੈ, ਕਿਵੇਂ ਉਹਨਾਂ ਨੂੰ ਦੇਖਣਾ ਹੈ, ਕਿਵੇਂ ਉਹਨਾਂ ਨੂੰ ਸੰਭਾਲਣਾ ਹੈ। ਜਿਨ੍ਹਾਂ ਨੂੰ ਅਸੀਂ ਰੂਡ ਲੱਗਦੇ ਹਾਂ, ਮੇਰਾ ਖਿਆਲ ਉਹਨਾਂ ਨੂੰ ਸ਼ਾਇਦ ਥੋੜ੍ਹੀ ਜਿਹੀ ਅਕਲ ਦੇਣੀ ਬਣਦੀ। ਜਿਵੇਂ ਕਿ ਸਟਾਰਟਿੰਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਗੁੱਡ ਨਿਊਜ਼ ਹੈ, ਜਿਹੜੇ ਕਿ ਹੈ ਕੱਪ ਐਂਡ ਕਿਤਾਬ ਦੇ ਲਵਰਸ ਨੇ ਉਹਨਾਂ ਦੇ ਨਾਲ, ਤਾਂ ਗੁੱਡ ਨਿਊਜ਼ ਸ਼ੇਅਰ ਕਰਨਗੇ ਹੁਣ ਸਾਡੇ ਮੈਮ ਨੀਰੂ ਮੈਮ, ਪਲੀਜ਼ ਸ਼ੇਅਰ ਕਰੋ। ਇੱਕ ਅਸੀਂ ਹੋਰ ਕਨਸੈਪਟ ਲੈ ਕੇ ਆ ਰਹੇ ਹਾਂ, ਬੁੱਕਸ ਤੋਂ ਟੋਟਲੀ ਡਿਫਰੈਂਟ। ਜਿਨ੍ਹਾਂ ਨੂੰ ਬੁੱਕਸ ਦੀ ਆਦਤ ਪਾਤੀ ਬਹੁਤ ਵਧੀਆ, ਜਿਨ੍ਹਾਂ ਨੂੰ ਨਹੀਂ ਪਈ ਉਹਨਾਂ ਲਈ ਇੱਕ ਹੋਰ ਕਨਸੈਪਟ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਜਲਦ। ਮੇਰੇ ਖਿਆਲ ਨੈਕਸਟ 3-4 ਮੰਥਸ ਦੇ ਵਿੱਚ ਤੁਹਾਡੇ ਸਾਹਮਣੇ ਹੋਏਗਾ। ਜਿਵੇਂ ਕੱਪ ਐਂਡ ਕਿਤਾਬ ਮੋਹਾਲੀ ਲਈ ਇੱਕ ਗਿਫਟ ਹੈ, ਉਹ ਵੀ ਮੋਹਾਲੀ ਲਈ ਇੱਕ ਬਹੁਤ ਅੱਛਾ ਗਿਫਟ ਅਸੀਂ ਤਿਆਰ ਕਰ ਰਹੇ ਹਾਂ। ਤਾਂ ਹੁਣ ਤੁਹਾਡੀ ਗੱਲ ਕਰਵਾਉਣੀ, ਜਿਹੜੇ ਇੱਥੇ ਇਸ ਟਾਈਮ ਜਿਹੜੇ ਕਸਟਮਰ ਮੌਜੂਦ ਨੇ ਉਹਨਾਂ ਦੇ ਨਾਲ, ਉਹਨਾਂ ਤੋਂ ਰਿਵਿਊ ਲੈਣੀ ਕਿ ਉਹਨਾਂ ਨੂੰ ਕੱਪ ਐਂਡ ਕਿਤਾਬ ਜਿਹੜੀ ਪਲੇਸ ਹੈਗੀ ਹੈ ਕਿਵੇਂ ਦੀ ਲੱਗੀ ਹੈ। ਸੋ ਹਾਈ ਮੈਮ। ਹੈਲੋ ਸਰ। ਹਾਈ। ਸੋ ਸਰ ਪਲੀਜ਼ ਤੁਸੀਂ ਰਿਵਿਊ ਦਿਓ ਸਾਨੂੰ ਕਿ ਜਿਹੜਾ ਕੱਪ ਐਂਡ ਕਿਤਾਬ ਆ ਕਿਵੇਂ ਦੀ ਪਲੇਸ ਹੈ, ਅਤੇ ਤੁਸੀਂ ਇਹਦੇ ਬਾਰੇ ਤੁਹਾਡੀ ਕੀ ਥਿੰਕਿੰਗ ਹੈ, ਕੀ ਰੇਟਿੰਗ ਦਿਓਗੇ?
ਰੇਟਿੰਗ ਇਹ ਖਾਣੇ ਵੱਲੋਂ ਜਾਂ ਐਂਬੀਐਂਸ ਵੱਲੋਂ ਇਹਨਾਂ ਦੀ ਰੇਟਿੰਗ ਬਹੁਤ ਵਧੀਆ ਹੈ। ਮੈਨੂੰ ਕਾਫੀ ਚਿਰ ਹੋ ਗਿਆ ਇੱਥੇ ਆਉਂਦੇ ਨੂੰ, ਤੇ ਅਸੀਂ ਤਾਂ ਜੋ ਵੀ ਅੱਜ ਤੱਕ ਆਰਡਰ ਕੀਤਾ ਵੀ ਹੈਵ ਆਲਵੇਜ਼ ਲਾਈਕਡ ਇਟ ਅ ਲੋਟ। ਇਹਨਾਂ ਦਾ ਪਾਸਤਾ, ਇਹਨਾਂ ਦੇ ਹੋਰ ਚੀਜ਼ਾਂ, ਇੱਕ ਲਾਲ ਚਾਹ ਇਹਨਾਂ ਦੀ ਹੈਗੀ ਹੈ ਵਿਚ ਇਜ਼ ਵੈਰੀ ਨਾਈਸ। ਸੋ ਮੇਰੇ ਵੱਲੋਂ ਤਾਂ ਲਾਈਕ ਆਈ ਹੈਵ ਆਲਵੇਜ਼ ਲਾਈਕ ਦਿਸ ਪਲੇਸ, ਤੇ ਨੋ ਬੈਡ ਥਾਟਸ ਐਟ ਆਲ। ਓਕੇ ਮੈਮ, ਜਿਵੇਂ ਕਿ ਹੁਣ ਤੁਸੀਂ ਦੱਸੋ ਕਿ ਤੁਹਾਡੇ ਕੀ ਰਿਵਿਊਜ਼ ਨੇ ਇਹ ਪਲੇਸ ਦੇ ਰਿਗਾਰਡਿੰਗ, ਤੇ ਤੁਸੀਂ ਕਦੋਂ ਤੋਂ ਆ ਰਹੇ ਹੋ ਕਿਵੇਂ? ਸੋ ਆਈ ਥਿੰਕ ਮੈਨੂੰ ਬਹੁਤ ਸਾਰੇ ਮਹੀਨੇ ਹੋ ਗਏ ਐਵਰ ਸਿੰਸ ਆਈਵ ਬੀਨ ਕਮਿੰਗ ਹੇਅਰ, ਤੇ ਜਿਵੇਂ ਕਿ ਅਸੀਂ ਬਹੁਤ ਸੁਣਿਆ ਕਿ ਨਾ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਇੱਥੇ ਲੈਪਟਾਪਸ ਨਹੀਂ ਯੂਜ਼ ਕਰਨ ਦਿੰਦੇ। ਟੂ ਬੀ ਓਨੈਸਟ, ਮੈਂ ਜਦੋਂ ਪਹਿਲੀ ਵਾਰੀ ਆਈ ਸੀਗੀ ਤੇ ਮੈਨੂੰ ਸਿਰਫ ਇਸ ਜਗ੍ਹਾ ਬਾਰੇ ਪਤਾ ਸੀਗਾ। ਆਈ ਨਿਊ ਕਿ ਦੇਰ ਆਰ ਸੋ ਮੈਨੀ ਬੁੱਕਸ ਹੇਅਰ। ਮੇਰੇ ਦਿਮਾਗ 'ਚ ਫਰਸਟ ਥਾਟ ਇਹ ਆਇਆ ਕਿ ਇਟਸ ਲਾਈਕ ਅ ਕੋ ਵਰਕਿੰਗ ਸਪੇਸ, ਕਿ ਅਸੀਂ ਜਾ ਕੇ ਹੈ ਨਾ ਕੰਮ ਕਰ ਸਕਦੇ ਹਾਂ, ਪੜ੍ਹ ਸਕਦੇ ਹਾਂ। ਤੇ ਮੈਂ ਆਪਣਾ ਲੈਪਟਾਪ ਨਾਲ, ਬੁੱਕ ਨਾਲ, ਤੇ ਅਸੀਂ ਆ ਕੇ ਲੈ ਆਏ। ਸੋ ਇਨੀਸ਼ੀਅਲੀ ਬਟ ਵੈਨ ਆਈ ਕੇਮ ਹੇਅਰ, ਤੇ ਮੈਨੂੰ ਫਸਟ ਟਾਈਮ ਹੀ ਆ ਕੇ ਬੜਾ ਪੋਲਾਈਟਲੀ, ਦੈਟ ਟੂ ਅੱਧੇ ਘੰਟੇ 1 ਘੰਟੇ ਦੇ ਲੈਪਟਾਪ ਯੂਜ਼ ਕਰਨ ਤੋਂ ਬਾਅਦ, ਦਿਸ ਇਜ਼ ਲਾਈਕ ਅ ਫਿਊ ਮੰਥਸ ਅਗੋ, ਸੋ ਦੇ ਜਸਟ ਕੇਮ ਐਂਡ ਟੋਲਡ ਮੀ ਕਿ ਬੱਚਾ ਲੈਪਟਾਪ ਨਾ ਅਲਾਉਡ ਨਹੀਂ ਹੈਗਾ, ਕਿ ਤੁਸੀਂ ਫਸਟ ਟਾਈਮ ਆਏ ਹੋ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ। ਐਂਡ ਆਈ ਡਿਡਨਟ ਆਕੂਪਾਈ ਐਨੀ ਆਫ ਦ ਟੇਬਲਸ, ਮੈਂ ਕਾਫੀ ਟੇਬਲ 'ਤੇ ਬੈਠੀ ਸੀ, ਤੇ ਉਹਨਾਂ ਨੇ ਮੈਨੂੰ ਆ ਕੇ ਦੱਸਤਾ। ਆਈ ਵਾਸ ਲਾਈਕ ਥੈਂਕ ਯੂ ਸੋ ਮਚ। ਆਈ ਮੀਨ ਆਈ ਥਿੰਕ ਇਹਦੇ 'ਚ ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਹੈ। ਤੁਸੀਂ ਇੱਕ ਜਗ੍ਹਾ 'ਤੇ ਜਾ ਰਹੇ ਹੋ, ਐਵਰੀਵਨ ਹੈਜ਼ देयर ਓਨ ਸੈਟ ਆਫ ਰੂਲਸ, ਰਾਈਟ? ਤੇ ਵਧੀਆ ਇਹੀ ਹੋਏਗਾ ਜੇ ਤੁਸੀਂ ਉਹਨੂੰ ਰਿਸਪੈਕਟ ਕਰੋਗੇ। ਸੋ ਇਵੈਂਚੁਅਲੀ ਗ੍ਰੈਜੂਅਲੀ ਬਿਕੋਜ਼ ਆਈ ਲਾਈਕ ਦਿਸ ਪਲੇਸ ਸੋ ਮਚ, ਤੇ ਮੈਂ ਵਾਪਸ ਆਉਣਾ ਸੀਗਾ। ਮੈਂ ਕਿਹਾ ਯਾਰ ਘਰ ਲੈਪਟਾਪ ਕੰਮ ਕਰਕੇ ਆਓ, ਲੀਵ ਦ ਲੈਪਟਾਪ ਹੋਮ, ਕਮ ਹੇਅਰ ਐਂਡ ਸਿਟ, ਦੈਟਸ ਵਾਟ ਯੂ ਸੀ ਅਸ ਟੂਡੇ, ਠੀਕ ਹੈ? ਹੁਣ ਵੀ ਜਿਵੇਂ ਅਸੀਂ ਮਿਲੇ ਸੀਗੇ, ਤੇ ਆਈ ਟੋਲਡ ਆਂਟੀ, ਮੈਂ ਕਿਹਾ ਆਂਟੀ ਲੇਟ ਆਉਂਦੇ ਆ ਕਿਉਂਕਿ ਹੁਣ ਲੈਪਟਾਪ ਵਾਲਾ ਕੰਮ ਕਰੇ ਫਿਨਿਸ਼ ਕਰਕੇ ਆਈਦਾ, ਤੇ ਤਾਂ ਵਾਪਸ ਆਈਦਾ। ਆਈ ਥਿੰਕ ਐਵਰੀ ਪਲੇਸ ਹੈਜ਼ ਇਟਸ ਗੁੱਡ ਐਂਡ ਬੈਡ। ਆਈ ਮੀਨ ਲੋਕਾਂ ਨੂੰ ਪਰਖਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਯੂ ਆਲ ਹੈਵ ਟੂ ਰਿਸਪੈਕਟ ਕਿ ਕਿੰਨਾ ਕੁ ਹੈਗਾ, ਤੁਸੀਂ ਇੱਕ ਜਗ੍ਹਾ ਦੇ ਕੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ, ਐਂਡ ਆਈ ਥਿੰਕ ਜਸਟ ਅਕੋਮੋਡੇਟ ਅਕੋਰਡਿੰਗ ਟੂ ਵਟ ਦੇ ਆਰ ਐਂਡ ਵਟ ਯੂ ਲਾਈਕ। ਤੇ ਸਾਨੂੰ, ਮੈਂ ਤਾਂ ਬਲਕਿ ਹੈਰਾਨ ਹੁੰਦੀ ਹਾਂ, ਮੈਂ ਪੁੱਛ ਰਹੀ ਸੀਗੀ, ਮੈਂ ਕਿਹਾ ਲਾਈਕ ਅ ਪਲੇਸ ਲਾਈਕ ਦਿਸ ਕੈਨ ਹੈਵ ਨੈਗੇਟਿਵ ਰਿਵਿਊਜ਼? ਆਈ ਮੀਨ ਦੀ ਓਨਰਸ ਆਰ ਸੋ ਨਾਈਸ, and everyone, all of them, like the entire family comes in and helps and serves and takes your plates. ਇਹ ਘਰ ਵਾਲੀ ਗੱਲ ਹੈ। ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਤੁਹਾਨੂੰ ਬਾਹਰ, ਮਤਲਬ ਆਪ ਨੂੰ ਕਈ ਵਾਰੀ ਫੀਲਿੰਗ ਆਉਂਦੀ ਹੈ ਕਿ ਯਾਰ ਘਰੇ ਆਇਆ ਤੇ ਪਲੇਟ ਚੱਕ ਕੇ ਆਪ ਹੀ ਰੱਖ ਆਈਏ, ਇਟਸ ਲਾਈਕ ਸੋ ਫਰੈਂਡਲੀ ਹੇਅਰ। ਸੋ ਇਟ ਵਾਸ ਸਰਪ੍ਰਾਈਜ਼ ਟੂ ਸੀ ਦੈਟ ਕਿਸੇ ਪਲੇਸ ਦੇ ਨੈਗੇਟਿਵ ਰਿਵਿਊਜ਼ ਵੀ ਹੋ ਸਕਦੇ, ਬਟ ਲਾਈਕ ਯੂ ਸੈਡ ਕਿ ਦੁਨੀਆ 'ਚ ਲੋਕੀ ਹੁੰਦੇ ਆ ਇੱਦਾਂ ਦੇ, ਹੈ ਨਾ? ਦੇ ਹੈਵ ਟੂ ਪੋਕ ਯੂ, ਐਂਡ ਉਹਨਾਂ ਨੇ ਹਰ ਅੱਛੀ ਚੀਜ਼ ਕੋਈ ਗਲਤੀ ਕੱਢਣੀ ਹੁੰਦੀ, ਬਟ ਆਈ ਥਿੰਕ ਦੈਟਸ ਹਾਊ ਇਟ ਫਲਰਿਸ਼ਸ, ਤੇ ਇਹ ਬੈਸਟ ਪਾਰਟ ਹੁੰਦਾ ਉਹਨਾਂ ਦਾ। ਸੋ ਅਕੋਰਡਿੰਗ ਟੂ ਯਰ ਵਿਊਜ਼, ਤੁਸੀਂ ਕੀ ਰੇਟਿੰਗ ਦੇਣਾ ਚਾਹੋਗੇ ਕੱਪ ਐਂਡ ਕਿਤਾਬ ਨੂੰ? I think ਇੰਨਾ ਕੁਝ ਬੋਲਣ ਤੋਂ ਬਾਅਦ ਵੀ, if I selfishly or even say it, it's 10 on 10. I mean, you give a scale and we would rate it for everything for this place has done. ਮੈਂ ਜਿੰਨਿਆਂ ਨੂੰ ਵੀ ਇੱਥੇ ਲੈ ਕੇ ਆਈ, it's always been like, we have a very positive vibe, we have a very positive review, so ਕੁਝ ਪੁੱਛਣ ਦਾ ਵੀ ਸਵਾਲ ਹੀ ਨਹੀਂ ਹੁੰਦਾ ਕਿ ਯਾਰ ਕਿੰਨੀ ਰੇਟਿੰਗ ਦੇਣੀ, ਪਤਾ ਹੀ ਹੈ, it's like just obvious. ਤਾਂ ਅੱਜ ਦਾ ਇੰਟਰਵਿਊ ਸਾਡਾ ਇੱਥੇ ਹੀ ਖਤਮ ਹੁੰਦਾ। ਨੈਕਸਟ ਟਾਈਮ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕੁਝ ਐਕਸਾਈਟਿੰਗ ਦੀ ਥਾਂ 'ਤੇ। ਫॉर ਮੀ ਦ ਕੱਪ ਐਂਡ ਕਿਤਾਬ ਇਜ਼ ਦ ਬੈਸਟ ਪਲੇਸ ਫॉर ਫੈਮਲੀਜ਼, ਪੀਪਲ ਜਿਨ੍ਹਾਂ ਨੂੰ ਜਿਹੜੇ ਕਿ ਬੁੱਕਸ ਨੇ ਉਹ ਪੜ੍ਹਨੀ ਪਸੰਦ ਨੇ, ਜਿਨ੍ਹਾਂ ਨੂੰ ਗੇਮਸ, ਕੈਫੇਟੇਰੀਆ, ਜਿਨ੍ਹਾਂ ਨੂੰ ਗ੍ਰੀਨਰੀ ਨੇਚਰ ਦੇ ਨਾਲ ਬੁੱਕਸ ਦਾ ਕੰਬੀਨੇਸ਼ਨ ਪਸੰਦ ਹੈ। ਤਾਂ ਸਾਡਾ ਸ਼ੋਅ ਦੇਖਣਾ ਤੇ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ।